ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੋਠ ਰਾਗ ਦੇ ਵਿੱਚ 639 ਅੰਗ ਦੇ ਉੱਤੇ ਤੀਸਰੀ ਪਾਤਸ਼ਾਹੀ ਦੀ ਆਖਰੀ ਅਸ਼ਟਪਦੀ ਜਿਹੜੀ ਹੈਗੀ ਤੀਸਰੀ ਅਸ਼ਟਪਦੀ ਉਹ ਲੈ ਰਹੇ ਹਾਂ ਜੀ। ਮਹਾਰਾਜ ਮੇਹਰ ਕਰਨ। ਹਰ ਜਿਉ ਸ਼ਬਦੇ ਜਾਪਦਾ, ਹਰ ਜਿਉ ਸ਼ਬਦੇ ਜਾਪਦਾ, ਹਰ ਜਿਉ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ। ਸਦਾ ਸੁਖ ਸੁਹਾਗਣੀ ਪਾਈ ਅਨਦਿਨ ਰਤੀਆਂ ਰੰਗ ਲਾਏ। ਇਹ ਜਿਹੜੀ ਇਹ ਧਰਮ ਜਿਹੜਾ ਹੈਗਾ, ਜਿਹੜੀ ਗੁਰਬਾਣੀ ਹੈਗੀ, ਇਹ ਜਿਹੜਾ ਲਿਵ ਵਾਲਾ ਰਸਤਾ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਇਹ ਬਾਣੀ ਜਿਹੜੀ ਹੈਗੀ ਆ ਇਹ ਉਹਨਾਂ ਨੂੰ ਫਾਇਦਾ ਕਰੂਗੀ ਜਿਹੜੇ ਕਿ ਇਸ ਰਸਤੇ 'ਤੇ ਚੱਲਣਾ ਚਾਹੁੰਦੇ ਆ, ਜਿਹੜੇ ਉਸ ਹਰ ਜੀਓ ਨੂੰ ਮਿਲਣਾ ਚਾਹੁੰਦੇ ਆ। ਹਰ ਜੀਓ ਸ਼ਬਦੇ ਜਾਪਦਾ, ਸ਼ਬਦ ਦੇ ਦੁਆਰਾ ਜਿਹੜਾ ਹੈਗਾ ਉਹ ਪ੍ਰਗਟ ਹੋ ਜਾਂਦਾ ਹੈ ਹਿਰਦੇ ਦੇ ਵਿੱਚ। ਹਰ ਜੀਓ ਸ਼ਬਦੇ ਜਾਪਦਾ, ਹਰ ਜੀਓ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ। ਔਰ ਆਪਣੇ ਨਾਲ ਮਿਲਾਉਂਦਾ ਹੈ ਮਾਲਕ ਪਰਮਾਤਮਾ, ਇੱਕ ਮਿਕ ਹੋ ਜਾਂਦੇ ਆ ਦੋਨੋਂ, ਜੀਵ ਆਤਮਾ ਤੇ ਪਰਮਾਤਮਾ ਇੱਕ ਹੋ ਜਾਂਦਾ ਹੈ ਔਰ ਗੇਮ ਖਤਮ ਹੋ ਜਾਂਦੀ ਆ। ਔਰ ਉਹ ਜਿਹੜੀ ਹੈਗੀ ਆ ਪੂਰੇ ਭਾਗ ਕੰਡੀਸ਼ਨ ਹੈ ਭਾਈ, ਪੂਰੇ ਭਾਗ ਮਿਲਾਏ। ਤੈਨੂੰ ਪੂਰੇ ਭਾਗ ਬਣਾਉਣੇ ਪੈਣੇ ਆਪਣੇ, ਤਾਂ ਇਹ ਜਿਹੜਾ ਹੈਗਾ ਇਹ ਗੇਮ ਤੂੰ ਜਿੱਤ ਸਕਦਾ ਹੈ। ਸਦਾ ਸੁਖ ਸੁਹਾਗਣੀ ਪਾਈ ਅਨਦਿਨ ਰਤੀਆਂ ਰੰਗ ਲਾਏ। ਔਰ ਇਹਦੇ ਵਾਸਤੇ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਸੁਹਾਗਣਾ ਜਿਹੜੀਆਂ ਹੈਗੀਆਂ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਪਤੀ ਮਿਲਾ ਲੈਂਦਾ ਹੈ ਆਪਣੇ ਨਾਲ, ਉਹਨਾਂ ਦੀ ਕੀ ਜਿਹੜੀ ਹੈਗੀ ਆ ਕੀ ਕਰਦੀਆਂ ਹੈ, ਉਹਨਾਂ ਦੀ ਐਕਸ਼ਨ, ਉਹਨਾਂ ਦਾ ਕੀ ਹੁੰਦਾ ਰੂਟੀਨ। ਅਨਦਿਨ ਰਤੀਆਂ ਰੰਗ ਲਾਏ। ਉਹ ਅਨਦਿਨ ਜਿਹੜੀਆਂ ਹੈਗੀਆਂ ਉਹ ਮਾਲਕ ਪਰਮਾਤਮਾ ਦੇ ਪਿਆਰ ਦੇ ਵਿੱਚ ਰਤੀਆਂ ਰਹਿੰਦੀਆਂ। ਉਹਨਾਂ ਦਾ ਰੂਟੀਨ ਆ ਹੁੰਦਾ ਹੈ, ਉਹ ਨੈਗੇਟਿਵਿਟੀ ਨਹੀਂ ਫੜਦੀਆਂ, ਉਹ ਦੁਨੀਆਦਾਰੀ ਨਹੀਂ ਦੇਖਦੀਆਂ, ਉਹ ਜਿਹੜੀਆਂ ਉਹ ਲਿਵ ਵਾਲੇ ਰਸਤੇ 'ਤੇ ਤਤਪਰ ਰਹਿੰਦੀਆਂ ਆ। ਦੁਨੀਆ ਦੇ ਵਿੱਚ ਕੋਈ ਨੁਕਸਾਨ ਹੋ ਜਾਏ, ਫਾਇਦਾ ਹੋ ਜਾਏ, ਜੋ ਕੋਈ ਉਹਦੇ ਵਿੱਚ ਨਾਰਮਲ ਰਹਿਣਾ ਹੈ ਉਹਨਾਂ ਨੇ, ਪਰ ਉਹਨਾਂ ਨੇ ਜਿਹੜਾ ਹੈਗਾ ਤਤਪਰ ਰਹਿਣਾ ਹੈ ਉਹ ਮਾਲਕ ਪਰਮਾਤਮਾ ਦੇ ਪਿਆਰ ਦੇ ਵਿੱਚ। ਆਹ ਹੈਗਾ ਭਾਈ ਭਾਗ, ਇਸ ਤਰ੍ਹਾਂ ਬਣਦੇ ਆ। ਆਹ ਕੰਡੀਸ਼ਨਾਂ ਇਸ ਤਰ੍ਹਾਂ ਪੂਰੀਆਂ ਹੁੰਦੀਆਂ। ਸਦਾ ਸੁਖ ਸੁਹਾਗਣੀ ਪਾਈ, ਸੁਖ ਦੇ ਵਿੱਚ ਹੈ ਹਮੇਸ਼ਾ ਉਹ ਸੁਖੀ, ਜੋ ਮਾਲਕ ਕਰ ਰਿਹਾ, ਜੋ ਪਾਣਾ ਮਾਲਕ ਦਾ ਵਰਤ ਰਿਹਾ, ਉਹ ਜਿਹੜੀਆਂ ਹੈਗੀਆਂ। ਕਿਉਂਕਿ ਦੁੱਖ ਜਿਹੜਾ ਹੈਗਾ ਵਿਚਾਰ ਹੈਗਾ, ਦੁੱਖ ਹੈਗਾ ਸੰਸਾਰ ਹੈਗਾ, ਦੁੱਖ ਹੈ ਆਕਾਰ ਹੈਗਾ, ਦੁੱਖ ਹੈ ਦੁਨੀਆ ਦੇ ਵਿੱਚ ਜੋ ਆਪਾਂ ਨੇ ਚੋਗਾ ਪਾਇਆ, ਉਹਦੇ ਨਾਲ ਆਪਾਂ ਉਹਨੂੰ ਸੱਚ ਮੰਨ ਕੇ ਚੱਲਦੇ ਹਾਂ ਅਤੇ ਉਹਦੇ ਨਾਲ ਦੁੱਖ ਹੈਗੇ, ਪਰ ਉਹ ਸੁੱਖ ਦੇ ਵਿੱਚ ਰਹਿੰਦੀਆਂ। ਸਦਾ ਸੁਖ ਸੁਹਾਗਣੀ ਪਾਏ ਅਨਦਿਨ ਰਤੀਆਂ ਰੰਗ ਲਾਏ। ਇਹ ਜਿਹੜੀ ਬਾਣੀ ਹੈਗੀ, ਹੁਣ ਜਿਹੜੀ ਬਾਣੀ ਚੱਲੇਗੀ, ਇਹ ਮਨਮੁਖ ਗੁਰਮੁਖ ਇਹ ਸਾਰਾ ਜਿਹੜਾ ਹੈਗਾ ਇਹ ਸਿਰਫ ਜਿਹੜਾ ਹੈਗਾ ਇਹ ਜਿਹੜੇ ਪਰਮਾਤਮਾ ਦੇ ਰਸਤੇ 'ਤੇ ਜਿਹੜਾ ਚੱਲਣਾ ਚਾਹੁੰਦੇ ਆ ਜਾਂ ਚੱਲ ਰਹੇ ਆ ਉਹਨਾਂ ਦੇ ਵਾਸਤੇ ਹੈਗਾ। ਇਹ ਮਨਮੁਖ ਗੁਰਮੁਖ ਉਹਨਾਂ ਦੀ ਗੱਲ ਹੋ ਰਹੀ ਹੈ, ਜਿਹੜੇ ਇਸ ਰਸਤੇ 'ਤੇ ਹੈ ਹੀ ਨਹੀਂ, ਇਸ ਰਸਤੇ 'ਤੇ ਪਾਉਂਦੇ ਹੀ ਨਹੀਂ ਹੈ, ਜਿਨ੍ਹਾਂ ਨੂੰ ਸਿਰਫ ਮਾਇਆ, ਜਿਨ੍ਹਾਂ ਨੂੰ ਪਦਾਰਥ, ਜਿਨ੍ਹਾਂ ਨੂੰ ਆਕਾਰ, ਜਿਨ੍ਹਾਂ ਨੂੰ ਚੋਗਾ, ਜਿਨ੍ਹਾਂ ਨੂੰ ਸਵਾਦ ਚਾਹੀਦੇ ਆ, ਉਹਨਾਂ ਦੇ ਵਾਸਤੇ ਬਾਣੀ ਉਹਨਾਂ ਨੂੰ ਨਹੀਂ ਐਡਰੈਸ ਕਰ ਰਹੀ। ਆਹ ਗੱਲ ਬਿਲਕੁਲ ਕਲੀਅਰ ਕਰ ਰੱਖੀ ਹੈ। ਅਸੀਂ ਮਨਮੁਖ ਹੈਗੇ ਹਾਂ, ਅਸੀਂ ਗੁਰਮੁਖ ਹੈਗੇ ਹਾਂ। ਹਰ ਜੀ ਤੂੰ ਆਪੇ ਰੰਗ ਚੜਾਏ। ਦੇਖੋ ਕੀ ਬੇਨਤੀ ਕਰਦੇ ਆ, ਕਹਿੰਦੇ ਮਾਲਕਾ ਤੂੰ ਆਪ ਆਪਣਾ ਪਿਆਰ ਬਖਸ਼, ਤੂੰ ਸੰਗਤ ਬਖਸ਼, ਸੁਸਾਧ ਸੰਗਤ ਬਖਸ਼, ਗੁਰੂ ਨਾਲ ਮਿਲਾਪ ਕਰਾ, ਗਾਈਡਾਂ ਦੇ ਨਾਲ ਮਿਲਾਪ ਕਰਾ ਸਾਡਾ,
ਹਰਜੀ ਤੂੰ ਆਪੇ ਰੰਗ ਚੜਾਏ। ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹੈ ਮਾਲਕਾ, ਮੈਂ ਤੈਨੂੰ ਮਿਲਣਾ ਚਾਹੁੰਦਾ ਹੈ। ਇਹਦੇ ਵਾਸਤੇ ਜੋ ਵੀ ਰਿਕੁਆਇਰਮੈਂਟ ਹੈਗੀ ਉਹ ਤੂੰ ਆਪ ਪੂਰੀ ਕਰਾ, ਮੇਰੀ ਮਦਦ ਕਰ। ਆ ਕੌਣ ਜੀ ਆ ਗਏ? ਬੰਦ ਕਰ ਦੇਣਾ ਜੀ ਇਹਨਾਂ ਨੂੰ। ਇੱਕ ਸੈਕਿੰਡ ਜੀ ਵੀਰ ਜੀ, ਪਹਿਲਾਂ ਹੀ ਮਾਈਕ ਬੰਦ ਕਰਕੇ ਆ ਜਾਇਆ ਕਰੋ ਪਲੀਜ਼। ਮਾਈਕ ਖੁੱਲ੍ਹਾ ਛੱਡ ਕੇ ਆ ਜਾਂਦੇ ਤੁਸੀਂ ਤੇ ਫਿਰ ਇਹ ਜਿਹੜੇ ਹੈਗੇ ਚਰਨਜੀਤ ਜੀ ਤੁਹਾਡੇ ਵਾਸਤੇ ਆ। ਸੌਰੀ ਭਾਜੀ, ਉਹ ਬਟਨ ਫਸ ਗਿਆ। ਨਹੀਂ ਮਿਸਟੇਕਨਲੀ ਪਹਿਲਾਂ ਹੀ ਤੁਸੀਂ ਮਾਈਕ ਖੋਲ ਕੇ ਆ ਗਏ। ਹਰਜੀ ਤੂੰ ਆਪੇ ਰੰਗ ਚੜਾਏ। ਦੇਖੋ ਸਾਡੀ ਨਾ ਉਹ ਚਲੇ ਗਿਆ ਨਾ, ਉਹ ਜੋ ਜਿੱਥੇ ਅਸੀਂ ਸੀਗੇ ਉਹ ਗੱਲ ਚਲੇ ਜਾਂਦੀ ਹੈ। ਇਹ ਫਿਰ ਦੁਬਾਰਾ ਆਪਾਂ ਲਈਏ, ਕਿਉਂਕਿ ਜਿਹੜਾ ਜੋ ਵੀ ਜਿਹੜੀ ਹੈਗੀ ਆ ਇਹ ਗਿਆਨ ਜਿਹੜਾ ਹੈਗਾ, ਇਹ ਗੁਰੂ ਦੀ ਮੱਤ ਜਿਹੜੀ ਆ, ਗੁਰਬਾਣੀ ਜਿਹੜੀ ਹੈਗੀ, ਇਹ ਸਿਰਫ ਜਿਹੜੀ ਹੈਗੀ ਜਿਹੜੇ ਇਸ ਰਸਤੇ 'ਤੇ ਤੁਰਨਾ ਚਾਹੁੰਦੇ ਆ ਉਹਨਾਂ ਨੂੰ ਐਡਰੈਸ ਕਰਦੀ ਆ, ਉਹਨਾਂ ਦੇ ਡਿਫੈਕਟ ਦੱਸਦੀ ਆ। ਜਿਹੜੇ ਨਹੀਂ ਤੁਰਨਾ ਤੋਂ ਚਾਹੁੰਦੇ ਉਹਨਾਂ ਨੂੰ ਜਿਹੜੇ ਮਾਇਆ ਦੇ ਵਿੱਚ ਮਸਤ ਹੈਗੇ, ਜਿਨ੍ਹਾਂ ਨੂੰ ਪਰਮਾਤਮਾ ਦਾ ਕੋਈ ਉਹਨਾਂ ਦੇ ਉਹਦੇ ਵਿੱਚ ਰੂਟੀਨ ਦੇ ਵਿੱਚ ਨਹੀਂ ਹੈਗਾ, ਉਹ ਮਾਲਕ ਦੇ ਨਾਲ, ਉਹ ਤਾਂ ਸਿਰਫ ਜਿਹੜੇ ਹੈਗੇ ਉਹਨਾਂ ਨੂੰ ਮੌਤ ਚੇਤੇ ਵੀ ਨਹੀਂ ਹੈ, ਉਹਨਾਂ ਨੂੰ ਨਹੀਂ। ਹਰਜੀ ਤੂੰ ਆਪੇ ਰੰਗ ਚੜਾਏ, ਗਾਵੋ ਗਾਵੋ ਰੰਗ ਰਾਤੇ ਹੋ ਭਾਈ, ਹਰ ਸੇਤੀ ਰੰਗ ਲਾਏ। ਕਹਿੰਦੇ ਮਾਲਕਾ ਤੂੰ ਆਪ ਮਿਹਰ ਕਰ, ਮੈਨੂੰ ਆਪਣਾ ਪਿਆਰ ਬਖਸ਼। ਰੰਗ ਕੀ ਆ? ਪਿਆਰ। ਉਹਦੇ ਵਾਸਤੇ ਕਹਿੰਦੇ ਗਾਵੋ ਗਾਵੋ ਰੰਗ ਰਾਤੇ ਹੋ ਭਾਈ, ਹਰ ਸੇਤੀ ਰੰਗ ਲਾਏ। ਸੰਗਤ ਦੇ ਵਿੱਚ ਜਾ, ਇਹ ਗੁਰੂ ਦੀ ਮੱਤ ਗੁਰਬਾਣੀ ਜਿਹੜੀ ਹੈਗੀ ਆ, ਇਹਨੂੰ ਜਿਹੜਾ ਹੈਗਾ ਵਿਚਾਰ। ਗਾਵੋ ਗਾਵੋ ਰੰਗ ਰਾਤੇ ਹੋ ਕੀ ਹੈ? ਰੰਗ ਦੇ ਵਿੱਚ ਰੱਤੇ ਹੋਏ ਆ, ਰੰਗ ਦੇ ਵਿੱਚ ਰੱਤੇ ਜਾਏਗਾ ਤੂੰ ਵੀ ਸੰਗਤ ਦੇ ਵਿੱਚ। ਹਰ ਸੇਤੀ ਰੰਗ ਲਾਏ। ਇਸ ਤਰ੍ਹਾਂ ਮਾਲਕ ਪਰਮਾਤਮਾ ਦਾ ਪਿਆਰ, ਮਾਲਕ ਦਾ ਰੰਗ ਚੜ ਜਾਂਦਾ ਹੈ। ਰਹਾਓ, ਪਹਿਲੀ ਲਾਈਨ 'ਚ ਕੁਐਸਚਨ ਹੈ, ਦੂਜੀ ਲਾਈਨ 'ਚ ਆਨਸਰ ਆਏਗਾ। ਆਪਾਂ ਕੀ ਕਰ ਰਹੇ ਹਾਂ? ਆਪਾਂ ਸੰਗਤ ਕਰ ਰਹੇ ਹਾਂ, ਆਪਾਂ ਰੰਗ ਚੜਾ ਰਹੇ ਹਾਂ ਮਾਲਕ ਪਰਮਾਤਮਾ ਦਾ, ਭਗਤੀ ਦਾ ਰੰਗ। ਧਿਆਨ ਸਿਮਰਨ 'ਚ ਬੈਠੀਏ ਆਪਾਂ। ਰਹਾਓ, ਗੁਰ ਕੀ ਕਾਰ ਕਮਾਵਣੀ ਪਾਏ, ਆਪ ਛੋੜ ਚਿੱਤ ਲਾਏ। ਆ ਦੇਖੋ ਰੰਗ ਚੜ ਜਾਏਗਾ ਭਾਈ। ਗੁਰੂ ਦੀ ਕਾਰ, ਜੋ ਗੁਰੂ ਕਹਿ ਰਹੇ ਆ, ਜੋ ਇਹ ਗਿਆਨ ਕਹਿ ਰਿਹਾ ਹੈ, ਉਹ ਕਾਰ ਕਮਾਉਣੀ ਚਾਹੀਦੀ ਹੈ ਭਾਈ। ਆਪਣੀ ਆਪ ਛੋੜ, ਆਪਣੀ ਮੱਤ ਛੱਡ ਕੇ, ਮਨ ਮੱਤ ਛੱਡ ਕੇ ਚਿੱਤ ਲਗਾਉਣਾ ਚਾਹੀਦਾ ਉੱਧਰ। ਨਹੀਂ ਤਾਂ ਆਪਣੀ ਮੱਤ ਆ ਗਈ ਵਿੱਚ, ਫਿਲਟਰ ਆ ਗਿਆ ਆਪਣਾ। ਉਹਨੇ ਆਪਣੇ ਮਨ ਨੇ ਜਿਹੜਾ ਜੋ ਵੀ ਗੱਲ ਕਰਨੀ ਹੈ, ਮਨ ਨੇ ਜਿਹੜਾ ਹੈਗਾ ਬੋਲ ਦੇਣਾ ਹੈ, ਮਨ ਨੇ ਜਿਹੜਾ ਹੈਗਾ ਆਪਣਾ ਵਿਚਾਰ ਪੇਸ਼ ਕਰ ਦੇਣਾ ਹੈ, ਮਨ ਨੇ ਡਾਇਲੂਟ ਕਰ ਦੇਣਾ ਹੈ ਉਹਨੂੰ। ਗੁਰ ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿੱਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗ ਗਈ ਭਾਈ, ਹਰਿ ਆਪ ਵਸੇ ਮਨ ਆਏ। ਕਹਿੰਦੇ ਆਇਆ ਸਹਿਜ ਅਵਸਥਾ, ਆਇਆ ਵਿਚਾਰ ਘਟਾਉਣੇ। ਕਹਿੰਦੇ ਫਿਰ ਦੁੱਖ ਨਹੀਂ ਲੱਗੂਗਾ। ਸਹਿਜ ਅਵਸਥਾ 'ਚ ਆ ਜਾਏਗਾ, ਇੱਕ ਵਾਰੀ ਵਿਚਾਰ ਤੇਰੇ ਘਟ ਗਏ, ਤੈਨੂੰ ਆਪ ਨੂੰ ਪਤਾ ਲੱਗ ਜਾਊਗਾ। ਇਹ ਜਿਹੜਾ ਸਹਿਜ ਅਵਸਥਾ ਦਾ ਆਨੰਦ, ਵਿਚਾਰ ਬੰਦ ਕਰਨ ਦੇ ਨਾਲ ਕੀ ਹੁੰਦਾ ਹੈ, ਤੈਨੂੰ ਆਪ ਉਹ ਚੀਜ਼ ਨੂੰ ਤੂੰ ਪ੍ਰੈਕਟੀਕਲ ਕਰ ਲਏਗਾ। ਫਿਰ ਤੂੰ ਦੁੱਖ ਦੇ ਨਾਲ ਆਪੇ ਨਹੀਂ ਜਾਏਗਾ ਵਿਚਾਰਾਂ ਦੇ ਵਿੱਚ। ਔਰ ਮਾਲਕ ਪਰਮਾਤਮਾ, ਜਗ੍ਹਾ ਖਾਲੀ ਹੋ ਗਈ, ਵਿਚਾਰ ਹੀ ਤਾਂ ਹੈ ਕਿ ਜਗ੍ਹਾ ਭਰ ਕੇ ਬੈਠੇ ਹੋਏ ਆ, ਵਿਚਾਰ ਬੰਦ ਹੋ ਗਏ ਤੇ ਪਰਮਾਤਮਾ ਆਪ ਵਸ ਗਿਆ ਮਨ ਦੇ ਵਿੱਚ। ਉਹਦਾ ਪਿਆਰ ਮਾਲਕ ਪਰਮਾਤਮਾ ਦਾ ਚੜ ਗਿਆ ਰੰਗ। ਸਦਾ ਸਹਿਜ ਫਿਰ ਦੁੱਖ ਨਾ ਲੱਗੇ ਪਾਏ, ਹਰਿ ਆਪ ਵਸੈ ਮਨ ਆਏ। ਪਿਰ ਕਾ ਹੁਕਮ ਨਾ ਜਾਣੇ ਪਾਏ, ਸਾ ਕੁਲੱਖਣੀ ਕੁਨਾਰ। ਆਪਾਂ ਹੀ ਹੈਗੇ ਆ, ਇਹ ਆਪਣੇ ਤੇ ਘਟਾਈਏ ਆਪਾਂ। ਕਹਿੰਦੇ ਜਿਹੜੇ ਨਹੀਂ ਇਸ ਪਾਸੇ ਇਹ ਗੱਲ ਸੁਣਦੇ ਆ, ਅਣਸੁਣੀ ਕਰ ਦਿੰਦੇ ਆ। ਪਿਰ ਕਾ ਹੁਕਮ ਨਾ ਜਾਣੇ, ਸਾ ਕੁਲੱਖਣੀ। ਕਹਿੰਦੇ ਚੰਗੇ ਲੱਖਣ ਨਹੀਂ ਆ ਉਹਦੇ ਪਾਏ, ਕੁਨਾਰ ਹੈਗੀ, ਕੁਨਾਰ।
ਉਹ ਸੁਹਾਗਣ ਨਹੀਂ ਬਣੇਗੀ। ਫਿਰ ਕਾ ਹੁਕਮ ਨਾ ਜਾਣੀ, ਆ ਹੁਕਮ ਹੈ ਮਾਲਕ ਪਰਮਾਤਮਾ ਦਾ ਭਾਈ। ਪਹਿਲਾਂ ਸਭ ਤੋਂ ਪਹਿਲਾਂ ਮਹਾਰਾਜ ਨੇ ਕੀ ਕਿਹਾ, ਹਰ ਜੀਓ ਸ਼ਬਦੇ ਜਾਪਦਾ, ਹਰ ਜੀਓ ਸ਼ਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਸ਼ਬਦ ਦੇ ਦੁਆਰਾ ਮਾਲਕ ਨੇ ਮਿਲਣਾ ਹੈਗਾ। ਸ਼ਬਦ ਕੀ ਹੈਗਾ? ਸ਼ਬਦ ਹੈਗਾ ਮਾਲਕ ਪਰਮਾਤਮਾ ਏਕ ਕਬਾਵੇ ਤੇ ਸਭ ਹੋਆ। ਸ਼ਬਦ ਹੈਗਾ, ਇੱਕ ਮਾਲਕ ਹੈਗਾ, ਇੱਕ ਉਹਦਾ ਸ਼ਬਦ ਹੈਗਾ, ਉਹਦਾ ਹੁਕਮ। ਉਹਨੇ ਆਪਣੇ ਹੁਕਮ ਦੇ ਨਾਲ ਮਿਲਣਾ ਹੈ। ਹਰ ਜੋ ਸ਼ਬਦ ਹੈ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਪੂਰਾ ਭਾਗ ਜਿਹੜੇ ਹੈਗੇ, ਜਦ ਇਨਸਾਨ ਪੂਰੀ ਤਰ੍ਹਾਂ ਜਿਹੜਾ ਹੈਗਾ ਸਮਰਪਿਤ ਹੋ ਜਾਏਗਾ ਤੇ ਪ੍ਰਗਟ ਹੋ ਜਾਏਗਾ ਮਾਲਕ ਪਰਮਾਤਮਾ। ਔਰ ਇਹਦੇ ਵਾਸਤੇ ਪਰਮੇਸ਼ਰ ਦਾ ਪਿਆਰ ਰੰਗ ਲਾਉਣਾ ਲਾਜ਼ਮੀ ਹੈਗਾ। ਫਿਰ ਕਾ ਹੁਕਮ, ਤੀਸਰਾ ਬੰਦ, ਫਿਰ ਕਾ ਹੁਕਮ ਨਾ ਜਾਣੇ ਭਾਈ। ਨਹੀਂ ਜਾਣਦੇ ਸ਼ਬਦ ਨੂੰ, ਨਹੀਂ ਜਾਣਦੇ ਮਾਲਕ ਦੇ ਹੁਕਮ ਨੂੰ। ਕੀ ਮਾਲਕ ਕਹਿ ਰਿਹਾ, ਕਿਵੇਂ ਮਿਲਣਾ ਹੈ ਮਾਲਕ ਨੇ। ਸਾ ਕੁਲੱਖਣੀ ਕੁਨਾਰ, ਕਹਿੰਦੇ ਚੰਗੇ ਲੱਖਣ ਨਹੀਂ ਆ, ਕੁਨਾਰ ਹੈਗੀ, ਪ੍ਰੋਗਰੈਸ ਨਹੀਂ ਆਏਗੀ ਉਹਦੀ। ਮਨ ਹਟ ਕਾਰ ਕਮਾਵਣੀ, ਕੀ ਕਰ ਰਹੀ ਹੈ ਉਹ? ਮਨ ਹਟ, ਮਨ ਲਿਆਂਦਾ ਉਹਨੇ ਆਪਣਾ ਵਿੱਚ, ਆਪਣੀ ਮੱਤ ਲੈ ਕੇ ਆ ਗਈ। ਗੁਰਮਤ ਨੂੰ ਜਿਹੜਾ ਹੈਗਾ ਡੋਮੀਨੇਟ ਕਰਤਾ। ਮਨ ਹਟਕਾਰ ਜ਼ਰੂਰ ਕਮਾ ਰਹੀ ਹੈ, ਪਰ ਮਨ ਲੈ ਕੇ ਆ ਗਈ ਵਿੱਚ। ਮਨ ਹਟਕਾਰ ਕਮਾਵਣੀ ਪਾਏ, ਵਿਣ ਨਾਮ ਹੈ ਕੂੜਿਆਰ। ਨਾਮ ਤੋਂ ਬਗੈਰ ਕੂੜਿਆਰਿਆ ਪਾਏ, ਨਾਮ ਵਾਲੀ ਗੱਲ ਨਹੀਂ ਰਹੇਗੀ। ਨਾਮ ਨੇ ਤਾਂ ਜਿਹੜਾ ਹੈਗਾ ਪਵਿੱਤਰ ਕਰਨਾ ਸੀਗਾ। ਨਾਮ ਸੱਚ ਹੈਗਾ, ਔਰ ਮਨ ਜਿਹੜਾ ਹੈ, ਮਨ ਦੀ ਮੱਤ ਉਹ ਕੱਚ ਹੈਗੀ। ਮਨ ਹੱਠ ਲਿਖਿਆ ਹੋਇਆ ਹੈ, ਹੱਠ, ਕਿਉਂਕਿ ਆਪਾਂ ਨੇ ਪ੍ਰਾਇਰਟੀ ਜਿਹੜੀ ਹੈ ਮਨ ਨੂੰ ਦੇਣੀ ਹੈ। ਮਨ ਦੇ ਨਾਲ ਆਪਾਂ ਨੇ ਡਾਇਲੂਟ ਕਰ ਦੇਣਾ ਹੈ, ਬਈ ਆਹ ਤਾਂ ਇਸ ਤਰ੍ਹਾਂ ਹੈ, ਆਹ ਤਾਂ ਸਵੇਰੇ ਤਾਂ ਇਸ ਤਰ੍ਹਾਂ ਕਰਨਾ ਚਾਹੀਦਾ, ਸਵੇਰੇ ਤਾਂ ਉੱਠ ਕੇ ਨਹਾਉਣਾ ਚਾਹੀਦਾ ਹੈ, ਸਵੇਰੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ, ਸਾਰੇ ਠੀਕ ਆ। ਬਸ ਨਾਮ ਦੀ ਜਿਹੜਾ ਧਿਆਨ ਦੀ ਆਪਾਂ ਨੇ ਬਿਲਕੁਲ ਉਹਨੂੰ ਲਿਆਉਣਾ ਹੀ ਨਹੀਂ ਹੈ ਵਿੱਚ। ਮਨ ਹਟਕਾਰ ਕਮਾਵਣੀ ਪਾਏ, ਵਿਣ ਨਾਮ ਹੈ ਕੂੜਿਆਰ। ਨਾਮ ਤੋਂ ਬਗੈਰ ਕੂੜਿਆਰਿਆ ਕਹਿੰਦੇ। ਦੱਸੋ ਐਕਸ਼ਨ, ਆਪਾਂ ਤਾਂ ਖਾਲੀ ਜਿਹੜੇ ਹੈਗੇ ਆ, ਆਪਾਂ ਤਾਂ ਖਾਲੀ ਜਿਹੜੇ ਹੈਗੇ ਇੰਸਟਰਕਸ਼ਨ ਨੂੰ ਹੀ ਪੜ੍ਹ ਰਹੇ ਹਾਂ, ਇੰਸਟਰਕਸ਼ਨ ਨੂੰ ਹੀ ਪੜ੍ਹ ਰਹੇ ਹਾਂ, ਇੰਸਟਰਕਸ਼ਨ ਨੂੰ ਵਿਚਾਰ ਰਹੇ ਹਾਂ ਆਪਾਂ। ਐਕਸ਼ਨ ਕਿੱਥੇ ਹੈ ਭਾਈ? ਉਹ ਇੰਸਟਰਕਸ਼ਨ ਨੂੰ ਫਾਲੋ ਕਦੋਂ ਕਰਨਾ ਹੈ ਆਪਾਂ ਨੇ? ਪੀਰ ਕਾ ਹੁਕਮ, ਹੁਕਮ ਤਾਂ ਪੀਰ ਦਾ ਹੈਗਾ, ਇੰਸਟਰਕਸ਼ਨ ਨੂੰ ਫਾਲੋ ਕਰਨਾ ਹੈ। ਉਹ ਕਹਿੰਦੇ ਧਿਆਨ ਸਿਮਰਨ ਕਰ, ਸ਼ਬਦ ਨੂੰ ਪ੍ਰਗਟ ਕਰ। ਫਿਰ ਕਾ ਹੁਕਮ ਨਾ ਜਾਣੇ ਪਾਈ, ਸਾ ਕੁਲੱਖਣੀ ਕੁਨਾਰ। ਬਾਣੀ ਨਹੀਂ ਕਿਸੇ ਨਾਲ ਜਿਹੜੀ ਹੈਗੀ, ਉਹ ਜਿਹੜੀ ਹੈਗੀ ਕਿਸੇ ਦੀ ਜਿਹੜੀ ਹੈਗੀ ਫੇਵਰ ਜਾਂ ਉਹ ਕਰਦੀ। ਬਾਣੀ ਤਾਂ ਬਿਲਕੁਲ ਜੋ ਫੈਕਟ ਹੈਗਾ, ਭਾਵੇਂ ਕਿਸੇ ਨੂੰ ਚੁਭੇ ਭਾਵੇਂ ਕੁਛ ਹੋਏ। ਫਿਰ ਕਾ ਹੁਕਮ ਨਾ ਜਾਣੇ ਪਾਏ, ਸਾ ਕੁਲੱਖਣੀ ਕੁਨਾਰ। ਬਿਲਕੁਲ ਸਿੰਪਲ ਸਟੇਟ ਫਾਰਵਰਡ ਮਹਾਰਾਜ ਨੇ कहता कुलखणी और कुनार। क्यों? मन हटकार कमावनी पाए, विण नाम है कूड़ियार। कूड़ियार भी कहता कूड़ी। ਵਿਚਾਰਾਂ ਦਾ ਜਿਹੜਾ ਗੰਦ ਉਹਦੇ ਅੰਦਰ ਪਿਆ ਰਹੂਗਾ। ਮਨ ਹਟ ਕਰ ਰਹੀ ਹੈ, ਉਹਨੇ ਡਾਇਲੂਟ ਕਰਤਾ। ਐਕਸ਼ਨ ਨਹੀਂ, ਐਕਸ਼ਨ ਖਤਮ ਹੋ ਗਈ, ਕਰਮ ਕਾਂਡ ਆ ਗਏ ਵਿੱਚ। ਮਨ ਹਟਕਾਰ ਕਮਾਵਣੀ ਪਾਏ, ਵਿਣ ਨਾਮੇ ਕੂੜਿਆਰ। ਸੇ ਗਾਵੇਂ ਜਿਨ ਮਸਤਕ ਭਾਗ ਹੈ ਪਾਈ, ਪਾਏ ਸੱਚੇ ਬੈਰਾਗ। ਆਹ ਦੇਖੋ, ਜਿਹੜੇ ਐਕਸ਼ਨ ਕਰਦੇ ਆ, ਜਿਹੜੇ ਗਾਉਂਦੇ ਆ, ਜਿਹੜੇ ਪਰਮਾਤਮਾ ਦੀ ਜਿਹੜੀ ਹੈਗੀ ਉਸਤਤ ਕਰਦੇ ਆ, ਉਹ ਕੀ ਕਰਦੇ ਆ? ਉਹਨਾਂ ਦੇ ਮੱਥੇ ਤੇ ਭਾਗ ਜਾਗ ਜਾਂਦੇ, ਆਪਣੇ ਭਾਗ ਬਣਾਉਂਦੇ ਆ। ਉਹਨਾਂ ਦੇ ਨਾਲ ਪਿਆਰ ਬੈਰਾਗ ਆ ਜਾਂਦਾ ਉਹਨਾਂ ਨੂੰ। ਬਾਣੀ ਨੇ ਪਿਆਰ ਪਾ ਹੀ ਜਾਣਾ ਹੈ, ਖਿੱਚ ਵਧੀ ਜਾਣੀ ਹੈ ਮਾਲਕ ਪਰਮਾਤਮਾ ਦੀ। ਹਾਂ ਭਾਗ ਹੈਗੇ, ਇਸ ਤਰ੍ਹਾਂ ਭਾਗ ਬਣਦੇ। ਸੱਚਾ ਬੈਰਾਗ ਆ ਜਾਣਾ ਉਹਨਾਂ ਦੇ ਅੰਦਰ ਪਿਆਰ ਦੇ ਨਾਲ। ਪਾਏ ਸੱਚਾ ਬੈਰਾਗ। ਅਨਦਿਨ ਰਾਤੇ ਗੁਣ ਰਵੇਂ ਪਾਏ, ਨਿਰਭਉ ਗੁਰ ਲਿਵ ਲਾਗ। ਕੀ ਕਰਦੇ ਆ? ਅਨਦਿਨ ਇਸੇ ਕੰਮ ਦੇ ਵਿੱਚ ਰਤੇ ਰਹਿੰਦੇ ਆ, ਗੁਣ ਵੀ ਲੈਂਦੇ ਆ, ਗੁਣਾਂ ਦੇ ਵਿੱਚ ਰਵਦੇ ਆ। ਅਨਦਿਨ ਰਾਤੇ ਗੁਣ ਰਵੇਂ ਪਾਏ,
ਨਿਰਭਉ ਹੋ ਜਾਂਦੇ ਆ। ਉਹ ਮਾਇਆ ਦਾ ਪੈ ਖਤਮ ਹੋ ਜਾਂਦਾ ਉਹਨਾਂ ਦਾ। ਕਿਵੇਂ? ਗੁਰ ਲਿਵ ਲਾਗ, ਜੋ ਗੁਰੂ ਕਹਿ ਰਿਹਾ ਹੈ ਉਹ ਕਾਰਵਾਈ ਕਰਕੇ, ਨਾ ਕਿ ਮਨ ਲਿਵ ਲਾਗ, ਗੁਰ ਲਿਵ ਲਾਗ। ਗੁਰੂ ਦੇ ਅਨੁਸਾਰ ਜੋ ਕਾਰਵਾਈ ਕਰਨ ਨੂੰ ਕਹਿ ਰਿਹਾ ਉਹ ਕੰਮ ਕਰਦੇ ਆ ਤੇ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਸਭਨਾ ਮਾਰ ਜੀਵਾਲ ਦਾ ਪਾਏ, ਆਖਰੀ ਅਸ਼ਟਪਦੀ ਹੈ ਉਹਨਾਂ ਦੀ ਤੀਸਰੀ ਪਾਤਸ਼ਾਹੀ ਦੀ। ਸਭਨਾ ਮਾਰ ਜੀਵਾਲ ਦਾ ਪਾਏ, ਸੋ ਸੇਵੋ ਦਿਨ ਰਾਤ। ਕਹਿੰਦੇ ਜੇ ਭਗਤੀ ਕਰਨੀ ਆ, ਜੇ ਸੇਵਾ ਕਰਨੀ ਆ ਤੇ ਉਸ ਮਾਲਕ ਦੀ ਕਰੋ ਨਾ, ਜਿਹੜਾ ਕੰਟਰੋਲਰ ਹੈ, ਜਿਹੜਾ ਸਾਰਿਆਂ ਨੂੰ ਬਣਾਉਣ ਵਾਲਾ ਹੈ, ਸਾਰੀ ਖੇਡ ਨੂੰ ਚਲਾਉਣ ਵਾਲਾ ਹੈ, ਸਾਰਿਆਂ ਨੂੰ ਮਾਰ ਕੇ ਫਿਰ ਚਾਂਸ ਦੇ ਦਿੰਦਾ ਹੈ ਜਿਹੜਾ। ਸੋ ਸਭਨਾ ਮਾਰ ਜੀਵਾਲ ਦਾ ਪਾਈ, ਸੋ ਸੇਵੋ ਦਿਨ ਰਾਤ। ਮੈਕਸੀਮਮ ਕੰਮ ਆ ਕਰਨ ਵਾਲਾ ਹੈ। ਉਹ ਮਾਲਕ ਦਾ ਧਿਆਨ ਕਰੋ। ਸੋ ਕਿਉਂ ਮਨੋਂ ਵਿਸਾਰੀਏ ਪਾਏ, ਜਿਸ ਦੀ ਵੱਡੀ ਹੈ ਦਾਤ। ਉਹਨੂੰ ਮਨ ਤੋਂ ਕਿਉਂ ਵਿਸਾਰੀਏ? ਜਿਹਦੀ ਵੱਡੀ ਦਾਤ ਹੈ ਮਾਲਕ ਪਰਮਾਤਮਾ ਦੀ, ਉਹ ਦਾਤਾ ਹੈ। ਇੰਨੀ ਵੱਡੀ ਦਾਤ ਹੈ, ਆਪਣੇ ਨਾਲ ਮਿਲਾ ਲੈਂਦਾ ਹੈ ਉਹ ਮਾਲਕ ਪਰਮਾਤਮਾ। ਮਨ ਮੁਖੇ ਮੈਲੀ ਡੂਮਣੀ ਪਾਈ, ਦਰਗਹਿ ਨਾਹੀ ਥਾਉ। ਦੇਖ ਲਓ, ਫਿਰ ਆ ਗਏ ਆਪਾਂ, ਫਿਰ ਮਨਮੁਖ। ਮਹਾਰਾਜ ਕਹਿੰਦੇ ਆ ਪਾਏ, ਜੇ ਮਨ ਦੇ ਪਿੱਛੇ ਫਿਰ ਮਨ ਨੂੰ ਵਿੱਚ ਲੈ ਕੇ ਆ ਗਿਆ, ਫਿਰ ਆਪਣੀ ਮੱਤ ਵਿੱਚ ਲੈ ਕੇ ਆ ਗਿਆ ਤੇ ਪਾਏ ਡੂਮਣਾ ਰਹੇਗਾ। ਡੂਮਣਾ ਕਿਹਨੂੰ ਕਹਿੰਦੇ? ਡੂਮਣਾ ਕਹਿੰਦੇ ਆ ਬਸ ਇੱਧਰ ਤੇ ਉੱਧਰ, ਜਿਹੜਾ ਡੋਲਦਾ ਹੈ। ਕਦੀ ਰੱਬ ਵਾਲੇ, ਕਦੀ ਇੱਧਰ ਨੂੰ ਹੋ ਗਏ ਤੇ ਕਦੀ ਉੱਧਰ ਨੂੰ ਹੋ ਗਏ। ਕਦੀ ਗੁਰੂ ਦੀ ਗੱਲ ਮੰਨ ਲਈ, ਕਦੀ ਨਹੀਂ ਮੰਨੀ, ਕਦੀ ਮੰਨੀ, ਜ਼ਿਆਦਾ ਮੰਨਦੀਆਂ ਮੰਨੀਆਂ, ਗੁਰੂ ਦੀ ਨਹੀਂ, ਗੁਰੂ ਦੀ ਘੱਟ ਮੰਨੀ। ਉਹਨੂੰ ਕਹਿੰਦੇ ਡੂਮਣੀ। ਮਨ ਮੁਖੇ ਮੈਲੀ, ਉਹ ਮੈਲ ਵੀ ਨਹੀਂ ਜਾਏਗੀ। ਫਿਰ ਉੱਥੇ ਖੜੇ ਤਾਂ ਆਪਾਂ ਆਸੀਲੇਟ ਤਾਂ ਕਰ ਰਹੇ ਹਾਂ, ਚੱਲੇ ਤਾਂ ਕਿਤੇ ਹੈ ਨਹੀਂ। ਮਨ ਮੁਖ ਮੈਲੀ ਡੂਮਣੀ ਪਾਈ, ਦਰਗਹਿ ਨਾਹੀ ਥਾਂ। ਕਲੀਅਰ ਕੱਟ ਸਟੇਟ ਫਾਰਵਰਡ ਗੱਲ, ਬਈ ਮਾਲਕ ਦੀ ਦਰਗਾਹ 'ਚ ਕੋਈ ਜਗ੍ਹਾ ਨਹੀਂ ਉਹਦੇ ਲਈ। ਸੰਸਾਰ ਦੇ ਵਿੱਚ ਫਿਰ ਜਿਹੜਾ ਹੈਗਾ ਘੁੰਮੂਗੀ ਮਨ। ਹਾਲਾਂਕਿ ਦੇਖ ਲਓ, ਆਪਾਂ ਗੁਰਮੁਖ ਗੱਲ ਜਿਹੜੀ ਹੈਗੀ, ਦੇਖੋ ਇਹਦੇ ਵਿੱਚ ਜਿਹੜੀ ਹੈਗੀ, ਚੱਲ ਇਸ ਰਸਤੇ ਤੇ ਜਿਹੜੀ ਹੈ ਉਹ ਆਪਣੇ ਆਪ ਨੂੰ ਸਮਝ ਰਹੀ ਹੈ ਮੈਂ ਗੁਰਮੁਖ ਹੈ, ਮੈਂ ਜਿਹੜਾ ਭਗਤ ਹੈਗਾ, ਮੈਂ ਜਿਹੜਾ ਹੈਗਾ ਗਿਆਨੀ ਹੈਗਾ। ਮਨਮੁਖ ਮੈਲੀ ਡੂਮਣੀ ਪਾਏ, ਦਰਗਹਿ ਨਾਹੀ ਥਾਉ। ਆ ਦੇਖ ਲਓ ਭਾਈ, ਬਿਲਕੁਲ ਦੇਖੋ ਕਰਮ ਕਾਂਡ ਦੀ ਬਿਲਕੁਲ ਧੱਜੀਆਂ ਉਡਾ ਰਹੇ ਮਹਾਰਾਜ ਮਨ ਦੀਆਂ। ਮਨਮੁਖ ਮੈਲੀ ਡੂਮਣੀ ਪਾਈ, ਦਰਗਹਿ ਨਾਹੀ ਥਾਉ। ਗੁਰਮੁਖ ਹੋਵੈ ਤਾਂ ਗੁਣ ਰਵੈ ਪਾਈ, ਮਿਲ ਪ੍ਰੀਤਮ ਸਾਚ ਸਮਾਓ। ਜੇ ਗੁਰੂ ਦੀ ਗੱਲ ਮੰਨਾਂਗੇ ਤੇ ਗੁਣਾਂ ਦੇ ਵਿੱਚ ਰਵਾਂਗੇ। ਗੁਰੂ ਨੇ ਤਾਂ ਗੁਣ ਹੀ ਦੱਸਣੇ ਆ, ਗੁਰਬਾਣੀ ਨੇ ਗੁਣ, ਸਾਰੇ ਗੁਣ ਦੱਸੀ ਜਾਣੇ। ਅਵਗੁਣ ਆਪਣੇ ਬਿਲਕੁਲ ਲਿਸਟ ਅਵਗੁਣਾਂ ਦੀ ਵੀ ਦੇ ਦੇਣੀ ਹੈ। ਗੁਰਮੁਖ ਹੋਵੇ ਤਾਂ ਗੁਣ ਰਵੈ ਪਾਏ, ਮਿਲ ਪ੍ਰੀਤਮ ਸਾਚ ਸਮਾਓ। ਉਹ ਫਿਰ ਪਰਮਾਤਮਾ ਦੇ ਨਾਲ ਇੱਕ ਮਿਕ ਮਾਲਕ ਪ੍ਰਗਟ ਹੋ ਜਾਂਦਾ ਹੈ, ਸੱਚ ਦੇ ਵਿੱਚ ਸਮਾ ਜਾਂਦੀ ਹੈ। ਬਿਲਕੁਲ ਕ੍ਰਿਸਟਲ ਕਲੀਅਰ ਹੈ। ਹੁਣ ਦੇਖੋ ਸ਼ਬਦ ਦੇ ਆਖਰੀ ਬੰਦ ਆ ਰਹੇ ਹੈ। ਹੁਣ ਕਹਿੰਦੇ ਆਪਸ਼ਨ ਤੇਰੇ ਕੋਲ ਆ ਪਿਆਰਿਆ, ਆਪਸ਼ਨ ਤੇਰੇ ਕੋਲ ਆ। ਏਤ ਜਨਮੇ ਹਰ ਨਾ ਚੇਤਿਓ ਪਾਏ, ਕਿਆ ਮੂੰਹ ਦੇਸੀ ਜਾਏ। ਦੱਸ ਦੇ ਪਿਆਰਿਆ, ਅਗਲਾ ਤੂੰ ਕੀ ਕਰੇਗਾ ਉੱਥੇ ਜਾ ਕੇ? ਉੱਥੇ ਧਰਮਰਾਜ ਨੂੰ ਕੀ ਜਸਟੀਫਿਕੇਸ਼ਨ ਦੇਏਗਾ? ਬਾਈ ਮਨੁੱਖਾ ਸਰੀਰ ਮਿਲਿਆ ਸੀਗਾ, ਸਭ ਤੋਂ ਸਿਖਰਲਾ ਡੰਡਾ ਸੀਗਾ। ਸਾਰੇ ਪਦਾਰਥ ਮਾਲਕ ਨੇ, ਦੁਨੀਆ ਦੇ ਪਦਾਰਥ ਤੈਨੂੰ ਦਿੱਤੇ ਤੇ ਕਰਕੇ ਕੀ ਆਇਆ? ਦੱਸ ਦੇ ਪਿਆਰਿਆ। ਏਤ ਜਨਮ ਹਰ ਨਾ ਚੇਤਿਓ ਪਾਏ, ਕਿਆ ਮੂੰਹ ਦੇਸੀ ਜਾਏ। ਦੱਸ ਦੇ ਹੁਣ ਉੱਥੇ ਕੀ ਮੂੰਹ ਦਿਖਾਏਗਾ ਪਿਆਰਿਆ? ਦੱਸ ਦੇ ਹੁਣ। ਇਸ ਤੋਂ ਬਾਅਦ ਤਾਂ ਉਹ ਨੈਕਸਟ ਜਿਹੜਾ ਸਟੈਪ ਤਾਂ ਉਹੀ ਹੈਗਾ ਬਾਈ, ਉਹ ਤਾਂ ਇੱਥੋਂ ਹੀ ਬੰਨ ਕੇ ਲੈ ਜਾਂਦੇ ਆ। ਏਤ ਜਨਮੇ ਹਰ ਨਾ ਚੇਤਿਓ ਪਾਏ, ਕਿਆ ਮੂੰਹ ਦੇਸੀ ਜਾਏ। ਕੀੜੀ ਪਵੰਦੀ ਮੁਹਾਇਨ ਭਾਈ, ਵਿਖਿਆ ਨੂੰ ਲੋਭਾਏ। ਹਾਲੇ ਵੀ ਦੇਖ, ਗੁਰਬਾਣੀ ਦੇ ਵਿੱਚ ਸੰਗਤ ਦੇ ਵਿੱਚ ਬੈਠਾ ਹੈ ਤੂੰ, ਸਾਧ ਸੰਗਤ ਕਰ ਰਿਹਾ ਆ, ਤੇਰੇ ਅੰਦਰ ਜਿਹੜੀ ਹੈਗੀਆਂ ਗੁਰੂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਤੇਰੇ ਅੰਦਰ ਪੈ ਰਹੀਆਂ ਆ, ਤੈਨੂੰ ਸੱਟ ਮਾਰ ਰਹੀਆਂ, ਤੂੰ ਫੇਰ ਜਿਹੜਾ ਹੈਗਾ ਆਪਣੇ ਆਪ ਨੂੰ ਲੁਟਾ ਦਿੰਦਾ ਹੈ। ਕੀੜੀ ਪਵੰਦੀ, ਕੀੜੀ ਪਵੰਦੀ ਦਾ ਕੀ ਮਤਲਬ ਆ? ਬਈ ਤੈਨੂੰ ਜਿਹੜਾ ਹੈਗਾ ਗੁਰੂ ਚੇਤਾ ਰਿਹਾ ਹੈ, ਤੇਰੇ ਕੋਲ ਤੈਨੂੰ ਸੱਚ ਦੱਸ ਰਿਹਾ ਹੈ। ਗੁਰੂ ਦੀ ਮੱਤ, ਗੁਰਬਾਣੀ ਤੇਰੇ
ਤੇਰੇ ਕੰਨ ਖੋਲ ਰਹੀ ਹੈ। ਕਿਹੜੀ ਪਾਬੰਦੀ ਮੁਹਾਇਨ, ਫਿਰ ਵੀ ਜਿਹੜਾ ਹੈਗਾ ਲੁਟਾ ਦਿੱਤਾ ਤੂੰ ਆਪਣੇ ਆਪ ਨੂੰ। ਵਾਓ ਪਿਆਰਿਆ, ਕਿਹੜੀ ਪਾਬੰਦੀ ਮੁਹਾਇਨ ਭਾਈ, ਵਿਖਿਆ ਨੂੰ ਲੋਭਾਏ। ਫਿਰ ਤੂੰ ਵਿਖਿਆ ਨੂੰ ਪ੍ਰਾਇੋਰਟੀ ਦੇ ਦਿੱਤੀ, ਫਿਰ ਤੂੰ ਸੰਸਾਰ ਨੂੰ, ਆਕਾਰ ਨੂੰ, ਫਿਰ ਜਿਹੜਾ ਪਰਿਵਾਰ ਨੂੰ, ਫਿਰ ਤੂੰ ਜਿਹੜਾ ਹੈਗਾ ਦੁਨੀਆ ਦੇ ਚੋਗੇ ਨੂੰ ਜਿਹੜਾ ਹੈਗਾ ਪ੍ਰਾਇੋਰਟੀ ਦੇ ਦਿੱਤੀ। ਵਿਖਿਆ ਨੂੰ ਲੋਭਾਏ, ਇੰਨਾ ਲੋਭ ਵਿਖਿਆ ਵੱਲ ਨੂੰ ਹੀ ਉੱਲਰ ਗਿਆ। ਇਹ ਤੇ ਜਨਮ ਹਰ ਨਾ ਚੇਤਿਓ ਭਾਈ, ਕਿਆ ਮੂੰਹ ਦੇਸੀ ਜਾਏ। ਕਿਹੜੀ ਪਾਬੰਦੀ ਮੁਹਾਇਨ ਭਾਈ, ਵਿਖਿਆ ਨੂੰ ਲੋਭਾਏ। ਹਾਲੇ ਵੀ ਆਪਸ਼ਨ ਹੈਗਾ, ਹਾਲੇ ਵੀ ਚਾਂਸ ਹੈਗਾ, ਹਾਲੇ ਵੀ ਤੇਰੀ ਉਮਰ ਬਾਕੀ ਹੈ। ਨਾਮ ਸੰਭਾਲੇ ਸੁਖ ਵਸੈ ਭਾਈ, ਸਦਾ ਸੁਖ ਸ਼ਾਂਤ ਸਰੀਰ। ਹਾਲੇ ਵੀ ਨਾਮ ਵੱਲ ਹੋ ਜਾਏਗਾ, ਹਾਲੇ ਵੀ ਗੁਰੂ ਦੀ ਗੱਲ ਮੰਨ ਲਏਗਾ, ਹਾਲੇ ਵੀ ਧਿਆਨ ਦੇ ਵਿੱਚ ਬੈਠ ਜਾਏਗਾ, ਹਾਲੇ ਵੀ ਮਨ ਮਤ ਨੂੰ ਛੱਡ ਦੇਗਾ, ਸੁਖੀ ਹੋ ਜਾਏਗਾ, ਸੁਖ ਦੇ ਵਿੱਚ ਵਸ ਜਾਏਗਾ। हे ਭਰਾਵਾ, ਸਦਾ ਸੁਖ ਸ਼ਾਂਤ ਸਰੀਰ, ਹਮੇਸ਼ਾ ਵਾਸਤੇ ਸੁਖ ਆ ਜਾਏਗਾ तेरे अंदर, शांति आ जाएगी। नानक नाम संभाल तू पाई, अपरंपर गुणी गहीर। ਉਹ ਪਿਆਰਿਆ, ਤੂੰ ਜਿਹੜਾ ਹੈਗਾ ਨਾਮ ਨੂੰ ਸੰਭਾਲ ਲਾ ਪਿਆਰਿਆ। ਤੂੰ ਤਾਂ ਹੋ ਜਾਏ ਇਸ ਪਾਸੇ ਲੱਗ ਜਾ। ਉਹ ਮਾਲਕ ਪਰਮਾਤਮਾ ਜਿਹਦਾ ਪਾਰਾਵਾਰ ਨਹੀਂ ਹੈ, ਜਿਹੜਾ ਗੁਣਾਂ ਦਾ ਗਹਿਰਾ ਗੁਣਾਂ ਦਾ ਖਜ਼ਾਨਾ ਹੈ, ਜਿਹਦੇ ਕੋਲ ਗੁਣਾਂ ਦਾ ਉਹ ਗੁਣਾਂ ਸਾਰੇ ਗੁਣ ਜਿਸ ਮਾਲਕ ਪਰਮਾਤਮਾ ਦੇ ਕੋਲ ਆ, ਤੂੰ ਤਾਂ ਉਹਦੇ ਨਾਲ ਉਹਦੇ ਨਾਮ ਨੂੰ ਸੰਭਾਲ ਲਾ। ਤੂੰ ਤਾਂ ਉਹਦੇ ਧਿਆਨ ਦੇ ਵਿੱਚ ਬੈਠ। ਇਹ ਜੀ ਤੀਸਰੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਹੋ ਗਈਆਂ। ਆਖਰੀ ਅਸ਼ਟਪਦੀ ਤਾਂ ਬਹੁਤ ਜੀ ਦੇਖੋ ਇੱਕਦਮ ਜਿਹੜੇ ਆ ਰੋਂਗਟੇ ਖੜੇ ਕਰ ਦਿੱਤੇ। ਸੋਠ ਮਹੱਲਾ ਪੰਜਵਾਂ, ਪੰਜਵੀਂ ਪਾਤਸ਼ਾਹੀ ਦੀਆਂ ਹੁਣ ਸ਼ੁਰੂ ਹੋਈਆਂ। ਘਰ ਪਹਿਲਾ, ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਹੁਤ ਭਾਗਾਂ ਵਾਲੇ ਆਪਾਂ ਜਿਹੜੇ ਹੈਗੇ, ਜਿਹੜੀ ਹੈਗੀ ਵਿਚਾਰ ਜਿਹੜੀ ਆਪਾਂ ਨੂੰ ਆ ਰਹੀ, ਮਾਲਕ ਪਰਮਾਤਮਾ ਦੀ ਵਿਚਾਰ ਜਿਹੜੀ ਹੈ ਆਪਾਂ ਸੁਣ ਰਹੇ ਹਾਂ। ਬਹੁਤ ਭਾਗਾਂ ਵਾਲੇ ਆ ਭਾਈ। ਇਸ ਲੈਵਲ ਤੇ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਆਪਣਾ ਜੀਵਨ ਜਿਹੜਾ ਹੈਗਾ ਸਾਹਮਣੇ ਆਪਣੇ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਦੇ ਰਹੇ। ਸੋਠ ਮਹੱਲਾ ਪੰਜਵਾਂ, ਘਰ ਪਹਿਲਾ, ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਸਭ ਜਗ ਜਿਨਹਿ ਉਪਾਇਆ ਪਾਏ, ਕਰਨ ਕਾਰਨ ਸਮਰੱਥ। ਪ੍ਰਭੂ ਜੀ ਤੋਂ ਉਹਨਾਂ ਨੂੰ ਕਿਹਾ ਖੜਕਾ ਨਾ ਕਰਨਾ। ਸਭ ਜਗ ਜਿਨਹਿ ਉਪਾਇਆ ਪਾਏ, ਕਰਨ ਕਾਰਨ ਸਮਰੱਥ। ਕਹਿੰਦੇ ਜਿਸ ਮਾਲਕ ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਸਾਰਾ ਸੰਸਾਰ ਬਣਾਇਆ ਆ, ਉਹ ਜਿਹੜਾ ਹੈਗਾ ਕਰਨ ਕਾਰਨ ਸਮਰੱਥ ਹੈ ਮਾਲਕ ਪਰਮਾਤਮਾ। ਸਭ ਜਗ ਜਿਨਹਿ ਉਪਾਇਆ ਪਾਏ, ਕਰਨ ਕਾਰਨ ਸਮਰੱਥ। ਉਹ ਕਾਰਨ ਵੀ ਹੈ ਔਰ ਕਰਨ ਵਾਲਾ ਵੀ ਹੈ ਔਰ ਕਰਨ ਦੀ ਤਾਕਤ ਵੀ ਰੱਖਦਾ ਹੈ, ਸਮਰੱਥ ਵੀ ਹੈਗਾ। ਉਹਨੇ ਉਹ ਜਿਹੜਾ ਹੈਗਾ ਇਹ ਸੰਸਾਰ ਬਣਾਉਣ ਦਾ ਪਹਿਲਾਂ ਪਲਾਨਰ ਵੀ ਉਹੀ ਹੈਗਾ ਅਤੇ ਉਹ ਬਣਾਉਣ ਵਾਲਾ ਵੀ ਉਹੀ ਹੈਗਾ ਅਤੇ ਬਣਾਉਣ ਦੀ ਸਮਰੱਥਾ ਵੀ ਰੱਖਦਾ ਹੈ ਉਹ ਮਾਲਕ ਪਰਮਾਤਮਾ। ਇਹਨੂੰ ਕਹਿੰਦੇ ਕਰਨ ਕਾਰਨ ਸਮਰੱਥ। ਸਭ ਜਗ ਜਿਨਹਿ ਉਪਾਇਆ ਪਾਏ, ਕਰਨ ਕਾਰਨ ਸਮਰੱਥ। ਜਿਉ ਪਿੰਡ ਜਿਨੇ ਸਾਜਿਆ ਪਾਏ, ਦੇ ਕਰ ਆਪਣੀ ਵੱਥ। ਔਰ ਦੇਖ ਲਓ ਜਿਉ ਤੇ ਪਿੰਡ, ਸਰੀਰ ਤੇ ਆਤਮਾ, ਔਰ ਇਹ ਆਤਮਾ ਦੇ ਨਾਲ ਸਾਰਾ ਜਿਹੜਾ ਹੈਗਾ ਇਹ ਪੰਜਾਂ ਤੱਤਾਂ ਦੀ ਜਿਹੜੀ ਹੈਗੀ ਜੋ ਸੁਰਤ ਮਤ ਮਨ ਬੁੱਧ ਆ ਸਾਰੇ ਜਿਹੜੇ ਹੈਗੇ ਆਪਾਂ ਨੂੰ ਦਿੱਤੇ ਮਾਲਕ ਪਰਮਾਤਮਾ ਨੇ। ਇਹ ਕੰਬੀਨੇਸ਼ਨ ਜਿਹੜਾ ਹੈਗਾ ਇਹ ਸਰੀਰ ਦੇ ਵਿੱਚ ਆਤਮਾ ਸਰੀਰ ਦਾ, ਜੀਓ ਦਾ ਅਤੇ ਸਰੀਰ ਦਾ ਮੇਲ ਜਿਹਨੇ ਮਾਲਕ ਨੇ ਕੀਤਾ, ਆਪਣੀ ਵੱਥ ਦਿੱਤੀ ਆਤਮਾ ਕਿਹਨੇ ਕਹੀਏ। ਔਰ ਜੋ ਆਪਣਾ ਸਰੀਰ ਵਗੈਰਾ ਹੈਗਾ ਇਹ ਪੰਜ ਤੱਤ ਇਹ ਵੀ ਉਹਦੀ ਵਸਤੂ ਹੀ ਹੈ। ਕਿਹਨੇ ਕਹੀਏ ਕਿਉਂ ਦੇਖੀਏ ਪਾਏ, ਕਰਤਾ ਏਕ ਅਕਥ। ਕਹਿੰਦੇ ਕਿਸ ਤਰੀਕੇ ਦੇ ਨਾਲ ਉਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹਨੂੰ ਬਿਆਨ ਕਰੀਏ ਮਾਲਕ ਪਰਮਾਤਮਾ ਨੂੰ, ਕਿਸ ਤਰ੍ਹਾਂ ਉਹਨੂੰ ਦੇਖੀਏ।
ਉਹਦਾ ਤਾਂ ਰੂਪ ਰੰਗ ਰੇਖ ਕੁਛ ਨਹੀਂ ਹੈਗਾ। ਔਰ ਅਕਥ ਹੈਗਾ ਉਹ ਮਾਲਕ ਪਰਮਾਤਮਾ। ਅਕਥ ਕਥਿਆ ਵੀ ਨਹੀਂ ਜਾਂਦਾ ਮਾਲਕ ਪਰਮਾਤਮਾ। ਔਰ ਇੱਕ ਹੈਗਾ ਸਿਰਫ ਉਹੀ ਹੈਗਾ। ਕਿਨੇ ਦੇਖੀਏ, ਕਿਨੇ ਕਹੀਏ, ਕਿਉਂ ਦੇਖੀਏ, ਕਿਨੇ ਕਹੀਏ, ਕਿਉਂ ਦੇਖੀਏ ਭਾਈ। ਕਰਤਾ ਇੱਕ ਅਕਥ, ਗੁਰ ਗੋਬਿੰਦ ਸਲਾਹੀਏ ਪਾਏ, ਜਿਸ ਤੇ ਜਾਪੈ ਤਤ। ਦੇਖ ਪਿਆਰਿਆ, ਗੁਰੂ ਗੋਬਿੰਦ ਦਾ ਰੂਪ ਦੋ ਹੀ ਹੈਗੇ। ਇੱਕ ਬ੍ਰਹਮ ਗਿਆਨੀ ਹੈਗੇ, ਇੱਕ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੈਗਾ। ਇੱਕ ਹੈਗੇ ਉਹ ਰੂਹਾਂ ਜਿਨ੍ਹਾਂ ਨੇ ਮਾਲਕ ਨੂੰ ਪਾ ਲਿਆ। ਬਸ ਉਹਨਾਂ ਨੂੰ ਸਲਾਹ ਪਿਆਰਿਆ, ਉਹਨਾਂ ਤੋਂ ਲੈ ਗਾਈਡੈਂਸ। ਕਿਵੇਂ ਸਲਾਉਣਾ ਹੈ ਮਾਲਕ ਪਰਮਾਤਮਾ ਨੂੰ, ਕਿਵੇਂ ਭਗਤੀ ਕਰਨੀ ਹੈ। ਤੱਤ ਵਸਤੂ ਤੇਰੇ ਅੰਦਰ ਪਤਾ ਲੱਗੇ ਵੀ ਤੱਤ ਵਸਤੂ ਨੂੰ ਤੂੰ ਤੱਤ ਵਸਤੂ ਨੂੰ ਜਿਹੜਾ ਸਮਾਂ ਤੈਨੂੰ ਮਿਲਿਆ ਆ, ਉਹ ਤੱਤ ਵਸਤੂ ਨੂੰ ਵਿਆਜ ਲੈ। ਫੋਕ ਦੇ ਵੱਲ ਨਾ ਜਾਏ, ਇਹ ਚਮਕ ਦੇ ਵੱਲ ਨਾ ਜਾਏ। ਗੁਰੂ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੈ ਤਤ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ। ਔਰ ਮਾਲਕ ਜਿਹੜਾ ਸਾਰਾ ਕੁਝ, ਸਾਰੀ ਗੇਮ ਬਣਾਉਣ ਵਾਲਾ, ਉਹ ਮਾਲਕ ਪਰਮਾਤਮਾ ਹੈਗਾ। ਉਹਨੂੰ ਕਿਵੇਂ ਦੇਖਣਾ ਹੈ, ਕਿਵੇਂ ਉਹਨੂੰ ਸਲਾਉਣਾ ਹੈ ਭਾਈ। ਗਾਈਡ ਕੋਲ ਜਾ, ਗੁਰੂ ਕੋਲ ਜਾ, ਬ੍ਰਹਮ ਗਿਆਨੀ ਕੋਲ ਜਾ, ਆ ਗੁਰਮਤਿ ਲੈ। ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਭੱਜਣ ਦੀ ਲੋੜ ਨਹੀਂ, ਕਿਤੇ ਜਿਹੜਾ ਬ੍ਰਹਮ ਗਿਆਨੀ ਟੋਲਣ ਦੀ ਲੋੜ ਨਹੀਂ। ਤੈਨੂੰ ਤਾਂ ਰੈਡੀਮੇਡ ਜਿਹੜੇ ਹੈਗੇ, ਦੇਖੋ ਕਿੰਨਾ ਮਹਾਰਾਜ ਨੇ ਇਹਨਾਂ ਦੀ ਜਿਨ੍ਹਾਂ ਦੀ ਬਾਣੀ ਲੈ ਰਹੇ, ਇਹਨਾਂ ਨੇ ਉਪਕਾਰ ਕੀਤਾ। 10 ਜਾਮੇ ਜਿਹੜੇ ਲੱਗ ਗਏ ਇਹਦੇ ਵਾਸਤੇ। ਆ ਜਿਹੜਾ ਹੈਗਾ, ਆ ਸਾਰਾ ਜਿਹੜਾ ਹੈਗਾ, ਇਹ ਗਿਆਨ ਗੁਰੂ ਜਿਹੜਾ ਹੈਗਾ ਆਪਾਂ ਨੂੰ ਜਿਹੜੇ ਹੈਗੇ 10 ਗੁਰੂਆਂ ਦੀ ਜਾਗਰ ਜੋਤ। ਔਰ ਬਿਲਕੁਲ ਜਿਹੜੀ ਹੈਗੀ, ਬਿਲਕੁਲ ਉਹਦੇ ਵਿੱਚ ਜਰਾ ਵੀ ਮਿਲਾਵਟ ਨਹੀਂ ਹੈ ਬਾਣੀ। ਜਦ ਵੀ ਆਪਾਂ ਕਿਸੇ ਨੂੰ ਵੀ ਬਾਣੀ ਲੈਨੇ, ਕਿਸੇ ਦੀ ਵੀ, ਕਿਸੇ ਭਗਤ ਦੀ, ਮਹੱਲੇ ਦੀ, ਤੇ ਉਹ ਪ੍ਰਤੱਖ ਜਿਹੜੇ ਹੈਗੇ ਬੋਲਦੇ। ਜਾਗਤ ਜੋਤ ਹੈ ਉਹਨਾਂ ਦੀ, ਜਾਗਤ ਬਿਲਕੁਲ ਬੋਲ ਉਹਨਾਂ ਦੇ ਮੂੰਹ ਚੋਂ ਆਏ, ਸੇਮ ਦੇ ਸੇਮ ਰਿਕਾਰਡ ਕੀਤੇ ਹੋਏ। ਨਾ ਕੋਈ ਦੇਖੋ ਵਾਇਸ ਰਿਕਾਰਡਰ, ਨਾ ਕੋਈ ਟੇਪ ਰਿਕਾਰਡਰ, ਨਾ ਕੁਛ। ਆ ਕਿਸ ਤਰ੍ਹਾਂ ਅੱਖਰ ਰਿਕਾਰਡ ਕਰਤੇ ਮਹਾਰਾਜ ਨੇ। ਕਮਾ ਲਿਆ ਜੀ, ਕਮਾ ਲਿਆ ਭਾਈ। ਮੇਰੇ ਮਨ ਜਪੀਏ ਹਰ ਭਗਵੰਤਾ। ਉਹ ਮਾਲਕ ਪਰਮਾਤਮਾ ਦਾ ਸਮਰਨ ਕਰ ਪਿਆਰਿਆ, ਜਪ ਕਰ, ਮਾਲਕ ਪਰਮਾਤਮਾ ਨੂੰ ਯਾਦ ਕਰ, ਉਹ ਭਗਵੰਤ ਨੂੰ, ਉਹ ਮਾਲਕ ਪਰਮਾਤਮਾ ਨੂੰ। ਨਾਮਦਾਨ ਦੇ ਜਨੇ ਆਪਣੇ, ਦੁੱਖ ਦਰਦ ਕਾ ਹੰਤਾ। ਉਹ ਮਾਲਕ ਪਰਮਾਤਮਾ ਨਾਮਦਾਨ ਦਿੰਦਾ ਹੈ, ਮਾਲਕ ਪਰਮਾਤਮਾ, ਔਰ ਦੁੱਖ ਦਰਦ ਦਾ ਹੰਤਾ ਹੈਗਾ। ਸਾਰੇ ਦੁੱਖ ਦਰਦ ਜਿਹੜੇ ਹੈਗੇ ਦੂਰ ਹੋ ਜਾਂਦੇ। ਔਰ ਫ੍ਰੀ 'ਚ ਦੇ ਰਿਹਾ ਨਾਮ, ਜਿਹੜਾ ਲੈਣਾ ਚਾਹੁੰਦਾ ਹੈ। ਨਾਮਦਾਨ ਦੇ ਜਾਣੇ ਆਪਣੇ ਜਨ ਨੂੰ। ਦੁੱਖ ਦਰਦ ਦੂਰ ਕਰਨ ਵਾਲਾ ਹੈ ਮਾਲਕ ਪਰਮਾਤਮਾ। ਉਹਨੂੰ ਜਪ, ਉਹਨੂੰ ਧਿਆਨ ਕਰ, ਉਹਦੇ ਕੋਲ ਪੁਕਾਰ ਕਰ। ਜਾ ਕੇ ਰਹਾਓ, ਜਾ ਕੇ ਕਰ ਸਭ ਕੁਛ ਹੈ ਪਾਏ, ਨੌ-ਨਿਤ ਭਰੇ ਭੰਡਾਰ। ਉਹਦੇ ਘਰ ਦੇ ਵਿੱਚ ਸਾਰਾ ਕੁਛ ਹੈ ਪਿਆਰਿਆ। 9 ਨਿਧੀਆਂ 18 ਸਿੱਧੀਆਂ, ਸਾਰੇ ਭੰਡਾਰੇ ਭਰੇ ਪਏ ਆ ਭਗਤੀ ਦੇ। ਤਿਸਕੀ ਕੀਮਤ ਨਾ ਪਵੇ ਪਾਏ, ਉੱਚਾ ਅਗਮ ਅਪਾਰ। ਉਹਦੀ ਕੀਮਤ ਨਹੀਂ ਕੋਈ ਪਾ ਸਕਦਾ ਪਾਏ। ਸਭ ਤੋਂ ਉੱਚਾ ਹੈ ਔਰ ਅਗੰਮਿਆ, ਨਹੀਂ ਗੰਮਿਆ ਜਾਂਦਾ। ਔਰ ਅਪਾਰ ਸ਼ਕਤੀ ਦਾ ਮਾਲਕ ਹੈ ਮਾਲਕ ਪਰਮਾਤਮਾ। ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਜੀ ਜੰਤ ਪ੍ਰਤਪਾਲ ਪਾਏ, ਨਿਤ ਕਰਦਾ ਸਾਰ। ਜਿੰਨੇ ਵੀ ਜੀ ਜੰਤ, ਜੋ ਵੀ ਮਾਲਕ ਨੇ ਪੈਦਾ ਕੀਤੀ ਹੈ ਸ੍ਰਿਸ਼ਟੀ, ਸਾਰੀ ਨੂੰ ਦੇਖ ਰਿਹਾ, ਸਾਰਿਆਂ ਨੂੰ ਪਾਲ ਰਿਹਾ ਆ। ਔਰ ਨਿਤ ਹਰੇਕ ਦੀ ਡਿਮਾਂਡ ਪੂਰੀ ਕਰਦਾ। ਨਿਤ ਕਰਦਾ ਸਾਰ ਲੈਂਦਾ ਹਰੇਕ ਦੀ। ਸਤਿਗੁਰ ਪੂਰਾ ਭੇਟੀਏ ਪਾਏ, ਸ਼ਬਦੇ ਮਿਲਾਵਣ ਹਾਰ। ਸਤਿਗੁਰ ਪੂਰਾ ਜਿਹੜਾ ਹੈਗਾ ਮਿਲੇਗਾ ਤੇ ਉਹ ਦੱਸੂਗਾ ਭਾਈ ਇੱਕ ਮਾਲਕ ਪਰਮਾਤਮਾ ਹੈ, ਇੱਕ ਉਹਦਾ ਸ਼ਬਦ ਹੈਗਾ, ਉਹਦਾ ਹੁਕਮ ਹੈਗਾ। ਉਸ ਹੁਕਮ ਦੇ ਦੁਆਰਾ ਜੇ ਆਪਾਂ ਉਹ ਕੰਮ ਕਰਾਂਗੇ, ਹੁਕਮ ਵਜਾਵਾਂਗੇ, ਤੇ ਆਪਾਂ ਨੂੰ ਮਾਲਕ ਬਣਾ ਲਏਗਾ। ਉਹਨੇ ਦੱਸਿਆ ਆ, ਉਸਨੇ ਗੇਮ ਬਣਾਈ ਹੈ, ਉਸਨੇ ਜਿਹੜਾ ਰਸਤਾ ਰੱਖਿਆ ਹੋਇਆ। ਜੇ ਉਹ ਹੁਕਮ ਕੀਆ, ਉਸ ਰਸਤੇ ਤੇ ਤੁਰਾਂਗੇ ਤੇ ਆਪਾਂ। ਸੱਚੇ ਚਰਨ ਸਰੇਵੀਏ ਭਾਈ, ਭਰਮ ਭਉ ਹੋਵੇ ਨਾਸ। ਬਸ ਆ ਗਿਆ ਭਾਈ ਧਿਆਨ ਸਿਮਰਨ। ਸੱਚੇ ਚਰਨ ਸ਼ਬਦ ਰੂਪੀ, ਧਿਆਨ ਰੂਪੀ ਸਮਰਨ, ਉਹਨਾਂ ਨੂੰ ਸਮਰਨ ਕਰਨਾ। ਇਹਦੇ ਨਾਲ ਹੀ ਵਿਚਾਰ ਬੰਦ ਹੋਣੇ ਆ। ਆਹੀ ਸੇਵਾ ਹੈਗੀ ਭਾਈ।
ਸੱਚੇ ਚਰਨ ਸਰੇਵੀਆਂ ਪਾਏ। ਆਹੀ ਮਾਲਕ ਨੇ ਜਿਹੜਾ ਰਸਤਾ ਰੱਖਿਆ ਹੋਇਆ, ਇਸੇ ਰਸਤੇ ਤੇ ਤੁਰਾਂਗੇ ਤੇ ਪਾਏ। ਆਤਮਾ ਵੱਲ ਨੂੰ ਯਾਤਰਾ ਕਰਨੀ, ਇਹ ਹੈ ਸੱਚੇ ਚਰਨ ਸਰੇਵੀ। ਭ੍ਰਮ ਭਉ ਹੋਵੇ ਨਾਸ, ਇਹਦੇ ਨਾਲ ਜਿਹੜਾ ਭ੍ਰਮ ਤੇ ਮਾਇਆ ਦਾ ਡਰ ਜਿਹੜਾ ਹੈਗਾ ਨਾਸ ਹੋ ਜਾਂਦਾ ਹੈ। ਭਰਮ ਕੀ ਹੈ? ਮਾਇਆ ਸਾਰੀ ਭਰਮ ਹੈ, ਇਹੀ ਤਾਂ ਭਰਮ ਹੈਗਾ, ਹੋਰ ਭਰਮ ਕੀ ਹੈਗਾ? ਇਹ ਝੂਠ ਹੈਗੀ, ਫੈਬਰੀਕੇਟਡ ਹੈਗੀ, ਹੈ ਨਹੀਂ, ਇਹਦੀ ਪਾਇਆ ਨਹੀਂ ਹੈਗੀ। ਇਹ ਮਾਇਆ ਜਿਹੜੀ ਹੈਗੀ ਪੰਜਾਂ ਤੱਤਾਂ ਦੇ ਨਾਲ ਮਾਲਕ ਨੇ ਜਿਹੜਾ ਹੈਗਾ ਸਾਰੀ ਦੀ ਸਾਰੀ ਦੇਖ ਲਓ ਕਿੰਨੀ ਜ਼ਬਰਦਸਤ ਰਚਨਾ ਕਰ ਦਿੱਤੀ। ਔਰ ਜਿਹੜੀ ਲੱਖਾਂ ਕਰੋੜਾਂ ਸਾਲ ਤੱਕ ਦੇਖ ਲਓ ਕਿਸ ਤਰ੍ਹਾਂ ਜਿਹੜੇ ਹੈਗੇ ਪਹਾੜ ਪਹਾੜ ਸਾਰੇ ਇਸ ਤਰ੍ਹਾਂ ਸਾਰੇ ਰਹਿੰਦੇ। ਔਰ ਸੂਰਜ ਦੇਖ ਲਓ ਕਿਵੇਂ ਚਲੀ ਜਾ ਰਿਹਾ। ਆਇਆ ਭਰਮ ਪਾਈ, ਸੱਚੇ ਚਰਨ ਸਰੇਵੀਆਂ ਪਾਏ। ਭ੍ਰਮ ਭਉ ਹੋਵੇ ਨਾਸ, ਮਿਲ ਸੰਤ ਸਭਾ ਮਨ ਮਾਂਜੀਏ ਪਾਏ। ਹਰ ਕੇ ਨਾਮ ਹੈ ਨਿਵਾਸ। ਬਸ ਸੰਤ ਸਭਾ ਦੇ ਵਿੱਚ ਹੈਗੇ ਆ। ਇਹ ਗੁਰੂ ਦੀ ਮੱਤ ਲੈ ਕੇ ਔਰ ਧਿਆਨ ਸਿਮਰਨ ਕਰਕੇ ਵਿਚਾਰ ਜਿਹੜੇ ਹੈਗੇ ਆਪਣੇ ਅੰਦਰੋਂ ਹਟਾ ਦਈਏ। ਇਹਨੂੰ ਕਹਿੰਦੇ ਮਨ ਨੂੰ ਮਾਂਜਣਾ। ਇਹ ਸੰਸਕਾਰ, ਇਹ ਵਿਚਾਰ ਹੀ ਸੰਸਕਾਰ ਹੈ। ਜਿਹੜੇ ਵਿਚਾਰ ਉੱਠਦੇ ਆ ਸੰਸਕਾਰਾਂ ਤੋਂ ਉੱਠਦੇ ਆ। ਇਹ ਕਾਰਨਸ਼ੀਲ ਹੈ, ਇਹਨੂੰ ਨਸ਼ਟ ਕਰ ਦਈਏ। ਮਿਲ ਸੰਤ ਸਭਾ ਮਨ ਮਾਂਜੀਏ ਪਾਏ। ਹਰ ਕੇ ਨਾਮ ਹੈ ਨਿਵਾਸ। ਪਰਮਾਤਮਾ ਦੇ ਨਾਮ ਦੇ ਵਿੱਚ ਨਿਵਾਸ ਹੋ ਜਾਏਗਾ। ਇਹਦੇ ਨਾਲ ਮਨ ਮਾਂਜਿਆ ਜਾਏਗਾ ਧਿਆਨ ਸਿਮਰਨ ਦੇ ਨਾਲ। ਮਿਟੇ ਅੰਧੇਰਾ ਅਗਿਆਨਤਾ ਪਾਏ, ਕਮਲ ਹੋਵੇ ਪ੍ਰਗਾਸ। ਅੰਧੇਰਾ ਆ, ਅਗਿਆਨਤਾ ਦਾ ਅੰਧੇਰਾ ਆ। ਇਨਸਾਨ ਨਹੀਂ ਸਮਝਦਾ ਇਸ ਗੱਲ ਨੂੰ, ਬਸ ਫਿਰ ਫਸ ਜਾਂਦਾ ਹੈ। ਜਿਹੜਾ ਹੈਗਾ ਭਰਮ, ਧੋਖਾ, ਟਰੈਪ ਜੋ ਦਿਸਦਾ ਹੈ ਪੰਜਾਂ ਤੱਤਾਂ ਦੀ ਰਚਨਾ, ਆਹੀ ਅਗਿਆਨਤਾ ਹੈ, ਆਹੀ ਹਨੇਰਾ ਹੈ। ਜ਼ਿਆਦਾ ਦੀ ਪਕੜ ਢਿੱਲੀ ਹੁੰਦੀ ਹੈ ਤੇ ਅੰਦਰ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਕਾਰਨਸ਼ੀਲ ਘਟਨਾ ਸ਼ੁਰੂ ਹੋ ਜਾਂਦਾ ਹੈ। ਉਹਦੇ ਅੰਦਰ ਕਮਲ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਵਿਸ਼ੇ ਵਿਕਾਰਾਂ ਦਾ ਜਲ ਨਿਕਲ ਜਾਂਦਾ ਹੈ। ਸੰਸਕਾਰ ਖਤਮ ਹੋ ਜਾਂਦੇ। ਜਿੰਨਾ ਆਪਾਂ ਜਿਹੜੇ ਹੈਗੇ ਧਿਆਨ ਦੇ ਵਿੱਚ ਬੈਠਾਂਗੇ, ਸੁਣਨ ਦੇ ਵਿੱਚ ਬੈਠਾਂਗੇ, ਉਹਨੇ ਜਿਹੜੇ ਹੈਗੇ ਆਪਣੇ ਜਿਹੜੇ ਹੈਗੇ ਸੰਸਕਾਰ ਖਤਮ ਹੋਣੇ ਪਾਏ। ਆਹੀ ਇੱਕੋ ਹੀ ਤਰੀਕਾ ਹੈ, ਹੋਰ ਕੋਈ ਤਰੀਕਾ ਹੀ ਨਹੀਂ ਹੈ ਕਮਲ ਪ੍ਰਗਾਸ ਹੋਣ ਦਾ, ਹੋਰ ਕੋਈ ਤਰੀਕਾ ਨਹੀਂ ਹੈ। ਮਿਟੇ ਅੰਧੇਰਾ ਅਗਿਆਨਤਾ ਪਾਏ, ਕਮਲ ਹੋਵੇ ਪ੍ਰਗਾਸ। ਜਿਹੜਾ ਆਕਾਰ ਹੈਗਾ ਉਹ ਧੋਖਾ ਹੈਗਾ। ਜਿਹੜਾ ਅੰਦਰ ਬੈਠਦੇ ਆ, ਜੇ ਹਨੇਰੇ ਦੇ ਵਿੱਚ ਜਿਹੜਾ ਹੈ ਸੁਣਨ ਦੇ ਵਿੱਚ ਬੈਠਦੇ ਆ, ਉਹ ਸੱਚ ਹੈਗਾ। ਬਿਲਕੁਲ ਅਪੋਜ਼ਿਟ ਹੈਗਾ ਭਾਈ। ਜਿਹੜਾ ਹਨੇਰਾ ਆ ਉਹ ਸੱਚ ਆ, ਜਿਹੜਾ ਦਿਸ ਰਿਹਾ ਆ ਉਹ ਹਨੇਰਾ ਆ। ਮਿਟੇ ਅੰਧੇਰਾ ਗਿਆਨਤਾ ਪਾਏ, ਕਮਲ ਹੋਵੇ ਪ੍ਰਗਾਸ। ਗੁਰ ਬਚਨੀ ਸੁਖ ਉਪਜੈ ਪਾਏ, ਸਭ ਫਲ ਸਤਿਗੁਰ ਪਾਸ। ਆਇਆ ਭਾਈ ਗੁਰੂ ਦੇ ਬਚਨ, ਇਹਨਾਂ ਨੂੰ ਫੜ ਲਾਂਗੇ, ਇਹਨਾਂ ਨੂੰ ਕਮਾ ਲਾਂਗੇ, ਸੁਖ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਸਾਰੇ ਫਲ ਗੁਰੂ ਦੇ ਕੋਲ ਹੈਗੇ, ਸਾਰੇ ਫਲ ਆ ਗੁਰੂ ਦੇ ਕੋਲ। ਇਸ ਤਰ੍ਹਾਂ ਭਾਗ ਬਣਦੇ ਆ ਭਾਈ। ਇਸ ਤਰ੍ਹਾਂ ਭਾਗ ਜਿਹੜੇ ਹੈਗੇ ਆਪਾਂ ਆਪ ਜਿਹੜਾ ਹੈਗਾ ਆਪਸ਼ਨ ਆਪਣੇ ਕੋਲ ਆ। ਮੇਰਾ ਤੇਰਾ ਛੋੜੀਏ ਪਾਈ, ਹੋਈਏ ਸਭ ਕੀ ਧੂਰ। ਕਿਉਂਕਿ ਸਮਾਂ ਥੋੜ੍ਹਾ ਹੈ ਆਪਾਂ ਨੂੰ। ਜੇ ਇੱਥੇ ਫਿਰ ਮੇਰਾ ਤੇਰਾ ਕਰਨ ਲੱਗ ਪਏ, ਜਿਹੜੇ ਹੈਗੇ ਆ ਫਲਾਨਾ ਹੈ, ਟਿਮਕਾ ਹੈ, ਸਾਰਿਆਂ ਦੇ ਨਾਲ ਉਲਝਣ ਲੱਗ ਪਏ, ਤੇ ਆਪਣੇ ਸਵਾਸ, ਆਪਣਾ ਸਮਾਂ ਜਿਹੜਾ ਹੈ ਉਧਰ ਨੂੰ ਚਲੇ ਜਾਣਾ। ਮਿਲਣਾ ਕੁਛ ਵੀ ਨਹੀਂ। ਨਾ ਅਗਲੇ ਨੇ ਜਿਹੜਾ ਹੈਗਾ ਸੁਧਰਨਾ ਹੈ, ਨਾ ਆਪਾਂ ਜਿਹੜੇ ਹੈਗੇ ਆਪਣੀ ਯਾਤਰਾ ਵੀ ਆਪਾਂ ਨੇ ਗਵਾ ਲਈ। ਦੂਜੇ ਦੇ ਪਾਸੇ ਦੂਜੇ ਨੂੰ ਸੁਧਾਰ ਰਹੇ, ਦੂਜੇ ਨੂੰ ਜਿਹੜਾ ਸਹੀ ਕਰਨਾ ਚਾਹੁੰਦੇ ਆਪਾਂ। ਆਪਣਾ ਵਜਨ ਚੁੱਕਿਆ ਨੇ, ਆਪਣਾ ਵੀ ਡੇਗ ਲਿਆ, ਦੂਜੇ ਦਾ ਚੁਕਾ ਹੀ ਨਹੀਂ ਸਕੇ ਆਪਾਂ। ਮੇਰਾ ਤੇਰਾ ਛੋੜੀਏ ਭਾਈ, ਹੋਈਏ ਸਭ ਕੀ ਧੂੜ। ਕਹਿੰਦੇ ਸਾਰਿਆਂ ਦੀ ਧੂੜ ਹੋ ਜਾ ਪਿਆਰਿਆ, ਸਾਰਿਆਂ ਦੀ ਧੂੜ ਹੋ ਜਾ। ਬਸ ਕਿਸੇ ਦਾ ਬਹਿਸ ਮੁਬੈਸਾ ਨਾ ਕਰ, ਪਤਾ ਹੀ ਨਾ ਲੱਗੇ ਵੀ ਬੰਦਾ ਹੈ ਕਿ ਨਹੀਂ। ਮੇਰਾ ਤੇਰਾ ਛੋੜੀਏ ਭਾਈ, ਹੋਈਏ ਸਭ ਕੀ ਧੂੜ। ਘਟ ਘਟ ਬ੍ਰਹਮ ਪਸਾਰਿਆ ਪਾਏ, ਪੇਖੈ ਸੁਣੇ ਹਜੂਰ। ਔਰ ਉਹ ਜਿਹੜੇ ਹੈਗੇ, ਜਿਹੜੇ ਤੈਨੂੰ ਮੇਰੇ ਤੇਰੇ ਲੱਗ ਰਹੇ ਆ, ਜਿਹਨੂੰ ਤੈਨੂੰ ਦੁਸ਼ਮਣ ਲੱਗ ਰਿਹਾ, ਦੋਸਤ ਲੱਗ ਰਿਹਾ, ਪਿਆਰਿਆ, ਉਹਨਾਂ ਦੇ ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈਗਾ। ਉਹੀ ਮਾਲਕ ਪਰਮਾਤਮਾ ਹੈਗਾ। ਔਰ ਤੇ ਉਹੀ ਸੁਣ ਰਿਹਾ ਹੈ ਔਰ ਦੇਖ ਵੀ ਰਿਹਾ ਹੈ। ਪੇਖੈ ਸੁਣੈ ਹਜੂਰ।
ਉਹੀ ਮਾਲਕ ਪਰਮਾਤਮਾ ਹੈਗਾ ਜਿਹਦੇ ਵਾਸਤੇ ਤੂੰ ਤਰਲੋ ਮੱਛੀ ਹੋ ਰਿਹਾ। ਘਟ ਘਟ ਬ੍ਰਹਮ ਪਸਾਰਿਆ ਪਾਏ, ਪੇਖਿਆ ਸੁਣੇ ਹਜੂਰ। ਸਾਰਿਆਂ ਦੀ ਸੁਣਦਾ ਹੈ ਉਹ ਮਾਲਕ ਪਰਮਾਤਮਾ, ਉਹਦੀ ਹਜ਼ੂਰੀ 'ਚ ਹੀ ਸਾਰੀ ਗੇਮ ਚੱਲ ਰਹੀ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਏ, ਤਿਤ ਦਿਨ ਮਰੀਏ ਛੂਰ। ਜਿੱਦਣ ਕਹਿੰਦੇ ਮਾਲਕ ਪਰਮਾਤਮਾ ਵਿਸਰ ਗਿਆ, ਜਿੱਦਣ ਧਿਆਨ ਸਿਮਰਨ ਨਹੀਂ ਕੀਤਾ, ਮਾਲਕ ਨੂੰ ਨਹੀਂ ਯਾਦ ਕੀਤਾ, ਕਹਿੰਦੇ ਉਹ ਦਿਨ ਤਾਂ ਗਿਆ, ਵੇਸਟ ਹੋ ਗਿਆ ਤੇਰਾ, ਤੇ ਚੁਰੇਗਾ ਫਿਰ ਤੇਰੀ ਆਤਮਿਕ ਮੌਤ ਹੋਏਗੀ। ਉਸ ਦਿਨ ਤੈਨੂੰ ਬੈਕ ਗੀਅਰ ਲੱਗੇਗਾ ਤੇਰਾ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਏ, ਤਿਤ ਦਿਨ ਮਰੀਏ ਛੂਰ। ਕਰਨ ਕਰਾਵਨ ਸਮਰੱਥੋ ਪਾਏ, ਸਰਬ ਕਲਾ ਭਰਪੂਰ। ਉਹ ਮਾਲਕ ਪਰਮਾਤਮਾ ਕਰਨ ਦੇ ਤੇ ਕਰਾਉਣ ਦੇ ਸਮਰੱਥ ਹੈਗਾ ਪਾਏ। ਸਾਰੀਆਂ ਕਲਾਵਾਂ ਉਹਦੇ ਮਾਲਕ ਦੇ ਵਿੱਚ ਹੈ, ਸਾਰੀ ਪਾਵਰ ਮਾਲਕ ਦੇ ਕੋਲ ਹੈਗੀ ਭਰਪੂਰ। ਪ੍ਰੇਮ ਪਦਾਰਥ ਨਾਮ ਹੈ ਪਾਈ, ਮਾਇਆ ਮੋਹ ਵਿਨਾਸ਼। ਪ੍ਰੇਮ ਪਦਾਰਥ ਕੀ ਹੈ? ਨਾਮ ਹੈ ਭਾਈ। ਪ੍ਰੇਮ ਪਦਾਰਥ ਨਾਮ ਹੈ। ਇਹ ਪ੍ਰੇਮ ਦਾ ਪਦਾਰਥ ਹੈਗਾ, ਪ੍ਰੇਮ ਦੇ ਨਾਲ ਮਿਲਣਾ ਹੈ ਪਦਾਰਥ। ਮਾਲਕ ਦੇ ਨਾਲ ਪਿਆਰ ਪੈ ਗਿਆ, ਜਿਉਂ-ਜਿਉਂ ਪਿਆਰ ਪਈ ਜਾਏਗਾ ਨਾਮ ਦੀ ਨੇੜਤਾ ਹੁੰਦੀ ਜਾਏਗੀ। ਮਾਇਆ ਮੋਹ ਵਿਨਾਸ਼, ਮਾਇਆ ਦਾ ਮੋਹ ਦੇ ਨਾਲ ਵਿਨਾਸ਼ ਹੋਏਗਾ ਆਪਣਾ। ਜੋ ਮਾਇਆ ਖਿਲ ਰਹੀ ਹੈ, ਜਿੱਥੇ ਆਪਾਂ ਹੈਗੇ ਆ, ਉਹਦੇ ਨਾਲ ਮੋਹ ਕਰਾਂਗੇ ਤੇ ਭਾਈ ਵਿਨਾਸ਼ ਹੋਣਾ ਹੈ ਆਪਣਾ, ਲਾਜ਼ਮੀ ਹੈਗਾ। ਜਿਸ ਭਾਵ ਹੈ ਤਾਂ ਮੇਲ ਲੈ ਪਾਏ, ਹਿਰਦੇ ਨਾਮ ਨਿਵਾਸ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਸ ਭਾਵ ਹੈ ਤਾਂ ਮੇਲ ਲੈ, ਤਿਸ ਭਾਵ ਹੈ ਤਾਂ ਮੇਲ ਲੈ, ਤਿਸ ਭਾਵ ਹੈ ਤਾਂ ਮੇਲ ਲੈ। ਮਾਲਕ ਨੂੰ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ, ਜਿਹੜੀ ਆਪਾਂ ਮਾਲਕ ਦੇ ਵੱਲ ਨੂੰ ਜਿਹੜਾ ਹੈਗਾ ਪਿਆਰ ਪਾ ਰਹੇ ਹਾਂ, ਮਾਲਕ ਜਿਹੜੀ ਆਪਾਂ ਗੁਰੂ ਦੇ ਅਨੁਸਾਰ ਜਿਹੜੀ ਹੈ ਪ੍ਰੇਮਾ ਭਗਤੀ ਕਰਦੇ ਹਾਂ, ਮਾਲਕ ਨੂੰ ਪਾ ਜਾਂਦੀ ਹੈ ਭਾਈ। ਉਹ ਮਿਲਾ ਲੈਂਦਾ ਆਪਣੇ ਨਾਲ, ਉਹ ਤਾਂ ਚਾਹੁੰਦਾ ਹੀ ਆਹੀ ਹੈ। ਔਰ ਨਾਮ ਜਿਹੜਾ ਹਿਰਦੇ 'ਚ ਨਿਵਾਸ ਹੋ ਜਾਂਦਾ ਨਾਮ ਦਾ। ਤਿਸ ਭਾਵ ਹੈ ਤਾਂ ਮੇਲ ਲੈ, ਔਰ ਆਪਣੇ ਨਾਲ, ਔਰ ਅਭਿਆਸੀ ਨੂੰ ਜਿਹੜਾ ਹੈਗਾ ਆਪਣੇ ਨਾਲ ਮਿਲਾ ਲੈਂਦਾ ਹੈ ਉਹ। ਤਿਸ ਭਾਵ ਹੈ ਤਾਂ ਮੇਲ ਲੈ, ਤਿਸ ਭਾਵ ਹੈ ਤਾਂ ਮੇਲ ਲੈ ਭਾਈ, ਹਿਰਦੇ ਨਾਮ ਨਿਵਾਸ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਨਿਵਾਸ ਹੋ ਜਾਂਦਾ, ਮਿਲਾ ਲੈਂਦਾ ਉਹਨਾਂ ਨੂੰ। ਗੁਰਮੁਖਿ ਕਮਲ ਪ੍ਰਗਾਸੀਏ ਪਾਏ, ਹਿਰਦੇ ਹੋਵੇ ਪ੍ਰਗਾਸ। ਉਹਨਾਂ ਦਾ ਹਿਰਦਾ ਕਮਲ ਪ੍ਰਗਾਸਿਆ ਜਾਂਦਾ ਹੈ, ਵਿਸ਼ੇ ਵਿਕਾਰਾਂ ਦਾ ਜਲ ਨਿਕਲ ਜਾਂਦਾ ਹੈ, ਉਹਦੇ ਅੰਦਰ ਅੰਮ੍ਰਿਤ ਭਰ ਜਾਂਦਾ ਹੈ, ਔਰ ਹਿਰਦੇ 'ਚ ਪ੍ਰਗਾਸ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਪਾਏ, ਮੌਲਿਆ ਧਰਤ ਆਕਾਸ। ਔਰ ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਦਾ ਪ੍ਰਤਾਪ ਪ੍ਰਗਟ ਹੋ ਜਾਂਦਾ ਹੈ। ਔਰ ਧਰਤ ਪਤਾਲ ਆਕਾਸ਼ ਜਿਹੜਾ ਹਰ ਜਗ੍ਹਾ 'ਤੇ ਉਹਨੂੰ ਜੋ ਮਾਲਕ ਪਰਮਾਤਮਾ ਦੀ ਜੋਤ ਮੌਲਦੀ ਨਜ਼ਰ ਆਉਂਦੀ ਹੈ ਪਾਏ। ਗੁਰ ਪੂਰੇ ਸੰਤੋਖਿਆ ਪਾਏ, ਅਹਨਿਸ ਲਾਗਾ ਭਾਓ। ਪੂਰੇ ਗੁਰੂ ਤੋਂ ਸੰਤੋਖ ਆ ਗਿਆ ਇਨਸਾਨ ਦੇ ਅੰਦਰ। ਔਰ ਰਾਤ ਦਿਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਖਿੱਚ ਬਣਦੀ ਹੈ। ਰਾਤ ਦਿਨ ਦੂਣੀ ਰਾਤ ਚੌਗਣੀ ਜਿਹੜੀ ਹੈਗੀ ਇਹ ਤਰੱਕੀ ਹੁੰਦੀ। ਗੁਰੇ ਪੂਰੇ ਸੰਤੋਖਿਆ ਪਾਏ, ਅਹਨਿਸ ਲਾਗਾ ਭਾਓ। ਰਸਨਾ ਰਾਮ ਰਵੈ ਸਦਾ ਪਾਏ, ਸਾਚਾ ਸਾਧ ਸੁਆਓ। ਔਰ ਰਸਨਾ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੀ ਰਾਮ ਦੇ ਪਿਆਰ ਦੇ ਵਿੱਚ ਰਵ ਜਾਂਦੀ ਹੈ, ਪਰਮੇਸ਼ਰ ਦੇ ਰੰਗ ਦੇ ਵਿੱਚ। ਔਰ ਸੱਚਾ ਸਵਾਦ, ਅੰਮ੍ਰਿਤ ਦਾ ਸਵਾਦ ਆ ਜਾਂਦਾ ਹੈ। ਸਾਚਾ ਸਾਧ ਸੁਆਓ, ਉਹਨਾਂ ਦਾ ਆ ਮਨੋਰਥ ਹੈਗਾ, ਉਹ ਅੰਮ੍ਰਿਤ ਦਾ ਸਵਾਦ ਚਖਣਾ ਚਾਹੁੰਦੇ। ਕਰਨੀ ਸੁਣ ਜੀਵਿਆ ਪਾਏ, ਨਿਹਚਲ ਪਾਇਆ ਥਾਂ। ਕਰਨੀ ਸੁਣ, ਕੰਨਾਂ ਦੇ ਨਾਲ ਕੀ ਸੁਣਦੇ ਆ? ਅਨਹਦ ਸ਼ਬਦ। ਕਰਨੀ ਸੁਣ ਜੀਵਿਆ, ਔਰ ਜਿਉਂ ਆਤਮਿਕ ਰੂਪ 'ਚ ਜਿਉਂਦਾ ਹੋਈ ਜਾਂਦਾ। ਨਿਹਚਲ ਪਾਇਆ ਥਾਂ, ਔਰ ਨਿਹਚਲ ਟਿਕਾਣਾ ਮਿਲ ਜਾਂਦਾ ਜਿੱਥੇ ਵਿਚਾਰ ਨਹੀਂ ਹੈਗੇ, ਜਿੱਥੇ ਚੱਲ ਨਹੀਂ ਹੈਗੀ, ਜਿੱਥੇ ਮਨ ਦਾ ਕੰਟਰੋਲ ਨਹੀਂ ਹੈਗਾ। ਜਿਸ ਪ੍ਰਤੀਤ ਨਾ ਆਵੇ ਭਾਈ, ਸੋ ਜੀੜਾ ਜਲ ਜਾਓ। ਜਿਹਨੂੰ ਨਹੀਂ ਇਸ ਗੱਲ ਤੇ ਪ੍ਰਤੀਤ ਤੇ ਭਾਈ ਉਹਨੇ ਮਾਇਆ ਦੇ ਵਿੱਚ ਚੱਲਣਾ ਹੈ, ਉਹ ਜੀਵ ਨੇ, ਤੇ ਉਹਦਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਸੜ ਜਾਣੀ ਹੈ। ਸੋ ਜੀੜਾ ਜਲ ਜਾਓ। ਕਹਿੰਦੇ ਉਹ ਤਾਂ ਫਾਇਦਾ ਕੀ ਹੈ ਉਸ ਇਨਸਾਨ ਦਾ ਮਨੁੱਖੀ ਜੂਨ ਲੈਣ ਦਾ। ਬਹੁ ਗੁਣ ਮੇਰੇ ਸਾਹਿਬ ਪਾਏ, ਹਾਂ ਤਿਸਕੇ ਬਲ ਜਾਉ। ਮੇਰੇ ਮਾਲਕ ਦੇ ਤਾਂ ਸਾਰੇ ਗੁਣ ਹੀ ਮੇਰੇ ਮਾਲਕ ਦੇ ਸਾਹਿਬ ਦੇ ਹੈਗੇ, ਮੈਂ ਤਾਂ ਬਲਿਆ ਰਿਹਾ ਉਸ ਤੋਂ।
ਔਰ ਸਭ ਤੋਂ ਵੱਡਾ ਗੁਣ ਤਾਂ ਦੇਖੋ, ਉਹ ਨਿਰਗੁਣਿਆਰੇ ਪਾਲਦਾ ਪਾਏ, ਦੇ ਨਿਥਾਵੇਂ ਥਾਂ। ਨਿਰਗੁਣਿਆਰਿਆਂ ਨੂੰ ਪਾਲਦਾ ਹੈ ਪਾਏ, ਨਥਾਵੇਂ ਨੂੰ ਥਾਂ ਦਿੰਦਾ ਹੈ ਉਹ ਮਾਲਕ ਪਰਮਾਤਮਾ। ਜਿਹਦੇ ਕੋਲ ਗੁਣ ਨਹੀਂ ਹੈ, ਗੁਣ ਦਿੰਦਾ ਹੈ ਉਹਨੂੰ, ਜਿਹੜਾ ਮੰਗਦਾ ਹੈ। ਰਿਜਕ ਸੰਭਾਹੇ ਸਾਸ ਸਾਸ ਪਾਈ, ਗੂੜਾ ਜਾ ਕਾ ਨਾਉ। ਔਰ ਹਰੇਕ ਨੂੰ ਜਿਹੜਾ ਹੈਗਾ ਰਿਜਕ ਦਿੰਦਾ ਹੈ ਮਾਲਕ ਪਰਮਾਤਮਾ। ਰਿਜਕ ਸੰਭਾਹੇ ਸਾਸ ਸਾਸ, ਹਮੇਸ਼ਾ ਜਿੰਨੇ ਸਵਾਸ ਦਿੱਤੇ ਆ ਹਰੇਕ ਉਹਨੂੰ ਰਿਜਕ ਦੇਗਾ ਮਾਲਕ ਪਰਮਾਤਮਾ। ਗੂੜਾ ਜਾ ਕਾ ਨਾਮ, ਉਸ ਮਾਲਕ ਪਰਮਾਤਮਾ ਦਾ ਨਾਮ ਤਤ, ਆਹੀ ਤਤ ਹੈਗੀ ਭਾਈ। ਧਿਆਨ ਸਿਮਰਨ ਆਹੀ ਤਤ ਹੈ। जिस गुर साचा पेटिए पाए, पूरा तिस करमाओ। और जिन्हां नूं सच्चा गुरु, सच्चा गाइड, जिन्हां नूं सच्चा ज्ञान मिल जाता है भाई, गाइडेंस मिल जाती है, उन्हां ते कहंदे पूरी बख्शिश है, उन्हां दे कर्म, उन्हां ते पूरी मेहर है मालक परमात्मा दी। तिस बिन घड़ी ना जीवे भाई, सर्व कला भरपूर। कहंदे एक घड़ी भी जिउणा जिहड़ा हैगा वेस्ट है भाई। उस मालक परमात्मा तो, उस मालक परमात्मा तो बगैर इंसान एक घड़ी भी नहीं जी सकता। देख लो मालक परमात्मा नूं आपां सारी किन्ने जन्मां तो भुला के बैठे हुए हैं, और वो मालक परमात्मा नूं जिहदे बगैर आपां एक घड़ी भी नहीं जिउंदे रह सकते। तिस बिन घड़ी ना जीवे पाए, सर्व कला भरपूर। सारियां कलाएं मालक परमात्मा दियां, जे हुण आपां उहनूं विसार देवांगे, घड़ी भी विसारांगे ते माया ने उस वेले जिहड़ा हैगा चार्ज लै लेना। तिस बिन घड़ी ना जीवे पाए, सर्व कला भरपूर। सास गिरास ना विसरै पाए, ਵੇਖੋ सदा हजूर। ਕਹਿੰਦੇ ਮੇਰੇ ਮਾਲਕਾ, ਮੈਨੂੰ ਤਾਂ ਹਰੇਕ ਸਾਹ ਦੇ ਨਾਲ ਅੱਜ ਜੋ ਵੀ ਮੈਨੂੰ ਤੂੰ ਦੇ ਰਿਹਾ ਹੈ ਉਹਦੇ ਨਾਲ ਮੈਂ ਤੈਨੂੰ ਨਾ ਵਿਸਾਰਾਂ। ਮੈਂ ਹਮੇਸ਼ਾ ਤੇਰੀ ਜਿਹੜੀ ਹੈਗੀ ਤੈਨੂੰ ਆਪਣੀ ਤੇਰੀ ਹਜ਼ੂਰੀ ਦੇ ਵਿੱਚ ਰਵਾਂ, ਤੈਨੂੰ ਆਪਣੇ ਅੰਗ ਸੰਗ ਦੇਖਾਂ। ਸਾਧੂ ਸੰਗ ਮਿਲਾਇਆ ਭਾਈ, ਸਰਬ ਰਿਹਾ ਭਰਪੂਰ। ਉਸ ਮਾਲਕ ਪਰਮਾਤਮਾ ਨੇ ਗੁਰੂ ਨੂੰ ਮਿਲਾ ਦਿੱਤਾ, ਔਰ ਗੁਰੂ ਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ, ਗੁਰੂ ਨੇ ਮਾਲਕ ਪਰਮਾਤਮਾ ਨੂੰ ਨਾਲ ਹੀ ਜਿਹੜਾ ਹੈਗਾ ਮੇਰੇ ਅੰਦਰ ਮੈਨੂੰ ਦਿਖਾ ਦਿੱਤਾ। ਸਾਧੂ ਸੰਗੇ ਮਿਲਾਇਆ ਪਾਏ, ਸਰਬ ਰਿਹਾ ਭਰਪੂਰ। ਉਹ ਮਾਲਕ ਪਰਮਾਤਮਾ ਦਾ ਹਰ ਜਗ੍ਹਾ ਭਰਪੂਰ ਹੈਗਾ। ਮੇਰੇ ਗੁਰੂ ਨੇ ਮੈਨੂੰ ਆਹ ਚੀਜ਼ ਦੇ ਦਿੱਤੀ। ਜਿਨ੍ਹਾਂ ਪ੍ਰੀਤ ਨਾ ਲੱਗੀ ਹੈ ਪਾਏ, ਸੇ ਨਿਤ ਨਿਤ ਮਰਦੇ ਛੂਰ। ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਹੈਗਾ, ਜਿਨ੍ਹਾਂ ਨੂੰ ਪਿਆਰ ਨਹੀਂ ਪਿਆ ਉਹ ਮਾਲਕ ਪਰਮਾਤਮਾ ਦੇ ਨਾਲ, ਕਹਿੰਦੇ ਉਹ ਤਾਂ ਪਾਏ ਨਿਤ ਨਿਤ ਜਿਹੜਾ ਹੈਗਾ ਜਿਉਂ ਸਮਾਂ ਜਿਹੜਾ ਹੈ ਜਾ ਰਿਹਾ, ਕਹਿੰਦੇ ਝੁਰ ਕੇ ਮਾਇਆ ਦੇ ਵਿੱਚ ਦੁਖੀ ਹੋ ਕੇ ਮਰਦੇ ਆ। ਉਹ ਆਤਮਿਕ ਮੌਤ ਮਰਦੇ ਆ। ਵੇਸਟ ਸਮਾਂ, ਉਹਨਾਂ ਦੇ ਸਮਾਂ ਵੇਸਟ ਹੋ ਜਾਂਦਾ। ਅੰਚਲ ਲਾਏ ਤਰਾਇਆ ਭਾਈ, ਪਹੁੰਚਲ ਦੁੱਖ ਸੰਸਾਰ। ਉਹ ਮਾਲਕ ਪਰਮਾਤਮਾ ਆਪਣਾ ਅੰਚਲ ਲਾ ਕੇ, ਆਪਣਾ ਪੱਲੂ ਫੜਾ ਕੇ ਗੁਰੂ ਦੇ ਦੁਆਰਾ, ਗੁਰੂ ਦੀ ਮੱਤ ਦੇ ਕੇ ਜਿਹੜਾ ਹੈਗਾ ਤਰਾ ਦਿੰਦਾ ਹੈ ਪੌਜਲ ਸੰਸਾਰ। ਇਹ ਦੁੱਖ ਸੰਸਾਰ, ਪੌਜਲ ਦੁੱਖ ਸੰਸਾਰ। ਕਰ ਕਿਰਪਾ ਨਦਰ ਨਿਹਾਲਿਆ ਪਾਏ, ਕੀਤੋਂ ਨ ਅੰਗ ਅਪਾਰ। ਉਹ ਮਾਲਕ ਪਰਮਾਤਮਾ ਨੇ ਮਿਹਰ ਕਰਕੇ ਜਿਹੜਾ ਹੈਗਾ ਕਿਰਪਾ ਦ੍ਰਿਸ਼ਟੀ ਕਰਕੇ ਦਿੱਤੀ। ਕਰ ਕਿਰਪਾ ਨਦਰ ਨਿਹਾਲਿਆ ਪਾਏ, ਕੀਤੋਂ ਨ ਅੰਗ ਅਪਾਰ। ਔਰ ਆਪਣਾ ਜਿਹੜਾ ਹੈਗਾ ਅੰਗ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਦਾ ਆਪਣੇ ਨਾਲ ਜੋੜ ਲਿਆ ਮਾਲਕ ਪਰਮਾਤਮਾ ਨੇ, ਆਪਣੇ ਨਾਲ ਮਿਲਾ ਲਿਆ ਮਾਲਕ ਪਰਮਾਤਮਾ ਨੇ। ਕਰ ਕਿਰਪਾ ਨਜ਼ਰ ਨਿਹਾਲਿਆ ਪਾਏ, ਕੀਤੋਂ ਨੇ ਅੰਗ ਅਪਾਰ। ਮਨ ਤਨ ਸੀਤਲ ਹੋਇਆ ਪਾਏ, ਭੋਜਨ ਨਾਮ ਆਧਾਰ। ਔਰ ਐਸੇ ਅਭਿਆਸੀ ਦਾ ਮਨ ਵੀ ਤੇ ਤਨ ਵੀ ਸ਼ੀਤਲ ਹੋ ਜਾਏਗਾ। ਵਿਚਾਰ ਖਤਮ ਹੋ ਗਏ, ਨਾਮ ਦਾ ਭੋਜਨ ਆ, ਅੰਮ੍ਰਿਤ ਰਸ ਆ ਜਾਏਗਾ। ਨਾਨਕ ਤਿਸ ਸਰਨਾਗਤੀ ਪਾਏ, ਜੇ ਕਿਲ ਵਿਕਾਟਣ ਹਾਰ। ਮੈਂ ਤਾਂ ਉਸ ਗੁਰੂ ਤੋਂ ਔਰ ਉਸ ਮਾਲਕ ਪਰਮਾਤਮਾ ਗੁਰੂ ਦੀ ਸ਼ਰਨ 'ਚ ਜਾਣਾ ਕੀ ਹੈ? ਇੰਟਰਨ ਮਾਲਕ ਪਰਮਾਤਮਾ ਦੀ ਸ਼ਰਨ 'ਚ ਜਾਣਾ। ਕਹਿੰਦੇ ਮੈਂ ਤਾਂ ਉਹਦੀ ਸ਼ਰਨ ਦੇ ਵਿੱਚ ਪਾਏ, ਜਿਹੜਾ ਕਿ ਸਾਰੇ ਮੇਰਾ ਬੈਕਲੌਗ, ਮੇਰਾ ਬੱਜਰ ਪਾਪ ਜਿਹੜੇ ਆ ਸਾਰੇ ਕੱਟਣ ਹਾਰ ਸਮਰੱਥ ਹੈਗਾ। ਸੋਠ ਮਹਲਾ ਪੰਜਵਾਂ। ਮਾਤ ਗਰਭ ਦੁੱਖ ਸਾਗਰੋ ਪਿਆਰੇ, ਤੈਂ ਆਪਣਾ ਨਾਮ ਜਪਾਇਆ। ਦੇਖ ਲਓ ਭਾਈ, ਉੱਥੇ ਨਾ ਸਰੀਰ ਬਣਿਆ ਆ,
ਨਾ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਦੇਖੋ ਕਿਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਇਨਸਾਨ ਨੂੰ ਜਿਹੜਾ ਹੈਗਾ ਸੁਰਤ ਮਤ ਮਨ ਬੁੱਧ ਜਿਹੜਾ ਹੈਗਾ ਇਹਦੇ ਦੁਆਰਾ ਉਹਨੂੰ ਜਿਹੜਾ ਹੈਗਾ ਆਪਣਾ ਨਾਮ ਜਪਾਉਂਦਾ ਹੈ। ਉਹ ਜਿਹੜੇ 9 ਮਹੀਨੇ ਜਿਹੜੇ ਹੈਗੇ ਮਾਲਕ ਪਰਮਾਤਮਾ ਜਿਹੜਾ ਹੈਗਾ ਮਾਂ ਦੇ ਗਰਭ ਦੇ ਵਿੱਚ ਜਿਹੜਾ ਹੈਗਾ ਆਪਣੇ ਨਾਲ ਜੋੜ ਕੇ ਰੱਖਦਾ ਹੈ। ਇਸ ਤਰ੍ਹਾਂ ਸਮਾਂ ਜਿਹੜਾ ਹੈਗਾ ਉਹਦਾ ਜੀਵ ਜਿਹੜਾ ਹੈਗਾ ਖੁਸ਼ੀ ਦੇ ਵਿੱਚ ਜਿਹੜਾ ਸਮਾਂ ਗੁਜ਼ਾਰਦਾ ਹੈ। ਟ੍ਰੇਨਿੰਗ ਦਿੰਦਾ ਹੈ ਮਾਲਕ ਪਰਮਾਤਮਾ ਨੂੰ, ਬਈ ਤੂੰ ਮਨੁੱਖ ਜੂਨ ਪਾ ਰਿਹਾ ਹੈ, ਹਾਲ ਹੈ ਇਸ ਤਰੀਕੇ ਦੇ ਨਾਲ ਗਾਂ ਤੇਰਾ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਜਾਏਗਾ ਤੇ ਆਹ ਚੀਜ਼ ਨਾ ਭੁੱਲੀ। ਆਖਰੀ ਟਾਈਮ ਤੱਕ ਟ੍ਰੇਨਿੰਗ ਦਿੰਦਾ ਹੈ ਔਰ 3 ਕੁ ਮਹੀਨੇ ਤੱਕ ਬੱਚਾ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਉਹ ਅੰਦਰ ਜੁੜਿਆ ਰਹਿੰਦਾ ਹੈ ਮਾਲਕ ਦੇ ਨਾਲ। ਸੋਰਠ ਮਹਲਾ ਪੰਜਵਾਂ। ਮਾਤ ਗਰਭ ਦੁੱਖ ਸਾਗਰੋ ਪਿਆਰੇ, ਤहें ਆਪਣਾ ਨਾਮ ਜਪਾਇਆ। ਬਾਹਰ ਕਾੜ ਬਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ। ਬਾਹਰ ਜਿਹੜਾ ਹੈਗਾ ਬਿਖ ਪਸਰੀ ਹੋਈ ਹੈ, ਸਵਾਦ ਚੋਗਾ ਆਕਾਰ, ਬਸ ਮਾਇਆ ਤੇ ਉਹਦੇ ਨਾਲ ਫਿਰ ਮੋਹ ਵੱਧ ਜਾਂਦਾ ਹੈ ਇਨਸਾਨ ਦਾ। ਜਿਸਨੋਂ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ। ਜਿਸ ਦੇ ਉੱਤੇ ਬਖਸ਼ਿਸ਼ ਹੁੰਦੀ ਹੈ ਪਾਏ, ਜਿਸਦੇ ਹੁੰਦੇ ਆ, ਜਿਹਦੇ ਹੈ ਕੁਛ ਪੱਲੇ ਦੇ ਵਿੱਚ ਵੀ ਕੀਤੇ ਕਰਮ ਹੈਗੇ, ਉਹਨੂੰ ਕਹਿੰਦੇ ਆ ਪੂਰਾ ਗੁਰੂ ਮਿਲਾ ਦਿੰਦਾ ਹੈ, ਪੂਰਾ ਗਾਈਡ ਮਿਲ ਜਾਂਦਾ ਹੈ ਔਰ ਪੂਰੇ ਗੁਰੂ ਦੇ ਅਨੁਸਾਰ ਫਿਰ ਉਹ ਆਪਣਾ ਜੀਵਨ ਜਿਹੜਾ ਹੈਗਾ ਗੁਰੂ ਦੇ ਦੱਸੇ ਰਸਤੇ ਤੇ ਚੱਲ ਗੁਜ਼ਾਰਦਾ ਹੈ। ਸੋ ਅਰਾਧੇ ਸਾਸ ਪਿਆਰੇ, ਰਾਮ ਨਾਮ ਲਿਵ ਲਾਇਆ। ਉਹ ਅਰਾਧਾ ਹੈ ਉਹ ਰਾਮ ਦੇ ਨਾਮ ਦੇ ਨਾਲ ਲਿਵ ਲੱਗ ਜਾਂਦੀ। ਆਪਾਂ ਨੂੰ ਦੇਖ ਲਓ ਆਪਣੇ ਭਾਗ ਕਿੰਨੇ ਚੰਗੇ, ਆਪਾਂ ਨੂੰ ਪੂਰਾ ਗੁਰੂ ਹੈਗਾ, ਪੂਰੇ ਗੁਰੂ ਦੀ ਮੱਤ ਹੈਗੀ, ਪੂਰੇ ਗੁਰੂ ਦਾ ਜਿਹੜੀ ਵਿਚਾਰ ਹੈਗੀ, ਦੇਖੋ ਉਹ ਗੁਰਬਾਣੀ ਜਿਹੜੀ ਹੈਗੀ ਉਹਦੀ ਚੌਥੇ ਪਦ ਦੀ ਸੇਧ ਵੀ ਹੈਗੀ ਆਪਣੇ ਕੋਲ। ਕਿੰਨਾ ਕਰਮ ਹੈਗਾ, ਕਿੰਨੀ ਬਖਸ਼ਿਸ਼ ਹੈਗੀ ਆਪਣੇ ਕੋਲ। ਜਿਸਨੋਂ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ। ਸੋ ਅਰਾਧੇ ਸਾਸ ਪਿਆਰੇ, ਰਾਮ ਨਾਮ ਲਿਵ ਲਾਇਆ। ਬਸ ਆਰਾਧਨਾ ਹੈ, ਲਿਵ ਲਾਉਣੀ ਰਾਮ ਦੇ ਨਾਮ ਦੇ ਦੁਆਰਾ। ਰਾਮ ਦੇ ਨਾਮ ਦੇ ਨਾਲ ਲਿਵ ਲਗਾ ਲਓ, ਮਾਲਕ ਦੇ ਨਾਲ ਲਿਵ ਲੱਗ ਜਾਏਗੀ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ। ਮਨ ਦੇ ਨਾਲ ਤਨ ਦੇ ਨਾਲ ਵੀ ਆਹੀ ਟੇਕ ਹੈ ਮਾਲਕ ਪਰਮਾਤਮਾ ਦੀ, ਉਸ ਪਿਆਰੇ ਪਰਮਾਤਮਾ ਦੀ। ਤੁਝ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ। ਤੇਰੇ ਤੋਂ ਇਲਾਵਾ ਹੋਰ ਕੋਈ ਕਰਨ ਕਰਾਉਣ ਵਾਲਾ ਨਹੀਂ ਹੈਗਾ ਭਾਈ। ਤੂੰ ਮੇਰੇ ਅੰਦਰ ਹੈਗਾ, ਤੂੰ ਮੇਰੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰ ਜਾਮੀ ਹੈਗਾ, ਤੂੰ ਇੱਕ ਹੈਗਾ, ਬਸ ਕੋਈ ਹੋਰ ਹੈ ਨਹੀਂ ਗਾ। ਰਹਾਓ ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਉਹ ਬਸ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਸੇ ਮਾਲਕ ਪਰਮਾਤਮਾ ਦੇ ਨਾਲ ਕਰਨ ਕਰਾਵਣ ਹਾਰ ਦੇ ਨਾਲ ਜੁੜ ਜਾਂਦਾ ਹੈ। ਰਹਾਓ ਕੋਟ ਜਨਮ ਭ੍ਰਮੇ ਆਇਆ ਪਿਆਰੇ, ਅਨਕ ਜੋਨ ਦੁੱਖ ਪਾਏ। ਦੇਖੋ ਆਪਾਂ ਕਹਿ ਰਹੇ ਮਹਾਰਾਜ ਬਾਣੀ ਸਰਟੀਫਾਈ ਕਰ ਰਹੀ ਹੈ ਵੀ ਕਰੋੜਾਂ ਜਨਮ ਜਿਹੜੇ ਹੈਗੇ ਭਰਮ ਕੇ ਆ ਚੁੱਕੇ ਆ। ਕਰੋੜਾਂ ਜਨਮ, ਕਮਾਲ ਹੈ। ਦੇਖੋ ਕਰੋੜ ਤਾਂ ਗਿਣਨਾ ਕਿੰਨਾ ਔਖਾ ਹੁੰਦਾ ਹੈ ਔਰ ਉਹਨੇ ਆਪਾਂ ਜਨਮ ਲੈ ਚੁੱਕੇ ਹਾਂ। ਕਰੋੜਾਂ ਜਨਮ, ਕੋਟ ਜਨਮ ਭ੍ਰਮ ਆਇਆ ਪਿਆਰੇ, ਅਨਕ ਜੋਨ ਦੁੱਖ ਪਾਏ। ਔਰ ਅਨੇਕਾਂ ਹੀ ਜੂਨਾਂ ਦੇ ਵਿੱਚ ਦੁੱਖ ਪਾ ਕੇ ਆ ਚੁੱਕੇ ਹਾਂ। ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ। ਕਿਉਂ? ਕਿਉਂਕਿ ਉਹ ਮਾਲਕ ਪਰਮਾਤਮਾ ਨੂੰ ਵਿਸਾਰ ਦਿੰਦੇ ਆਪਾਂ। ਮਨੁੱਖੀ ਜੂਨ ਮਿਲਦੀ ਹੈ, ਉਹਨੂੰ ਆਪਾਂ ਮਾਇਆ ਦੇ ਵਿੱਚ ਜਿਹੜੇ ਹੈਗੇ ਆ, ਜਿਸ ਤਰ੍ਹਾਂ ਦੇਖ ਲਓ ਦੁਨੀਆ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ, ਸਾਰੀ 24/7 ਜਿਹੜੇ ਹੈਗੇ ਕੀ ਕਰ ਰਹੇ ਆ ਆਪਾਂ, ਕੀ ਕਰਦੇ ਆ। ਉਹ ਮਾਲਕ ਪਰਮਾਤਮਾ ਵਿਸਰ ਜਾਂਦਾ ਹੈ ਤੇ ਫਿਰ ਸਜ਼ਾ ਮਿਲਦੀ ਹੈ, ਫਿਰ ਜੂਨਾਂ ਦੇ ਵਿੱਚ ਜਾਂਦਾ ਹੈ ਭਾਈ। ਆਹੀ ਗੇਮ ਹੈ, ਇਹੀ ਸਾਈਕਲ ਹੈ, ਬਾਰ-ਬਾਰ ਘੁੰਮੀ ਜਾ ਰਹੇ ਆਪਾਂ। ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ। ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸਾਚੇ ਨਾਏ। ਜਿਨ੍ਹਾਂ ਨੂੰ ਇਸ ਤਰੀਕੇ ਦੇ ਨਾਲ ਪੂਰਾ ਗੁਰੂ ਮਿਲ ਜਾਂਦਾ ਹੈ ਔਰ ਪੂਰੇ ਗੁਰੂ ਤੋਂ ਪੂਰਾ ਗੁਰੂ ਜਿਹੜਾ ਹੈਗਾ ਪੂਰਾ ਦਾ ਪੂਰਾ ਵਿਸ਼ਲੇਸ਼ਣ ਕਰਕੇ ਆਪਾਂ ਨੂੰ ਜਿਹੜੇ ਹੈਗੇ ਆਪਣੇ ਜੀਵਨ ਦਾ ਜਿਹੜਾ ਪੂਰਾ ਦਾ ਪੂਰਾ ਸਾਹਮਣੇ ਰੱਖ ਦਿੰਦੇ, ਚਿੱਠਾ ਖੋਲ ਕੇ ਵੀ ਇਸ ਪਾਸੇ ਤੂੰ ਜਾ ਰਿਹਾ, ਇੱਥੇ ਆ ਚੀਜ਼ ਮਿਲਣੀ ਹੈ ਤੈਨੂੰ, ਤੇ ਜੇ ਆਪਣੀ ਚੇਂਜ ਕਰ ਲਏਗਾ ਤੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਤੂੰ ਜਿਹੜਾ ਹੈਗਾ ਇਹ ਜੀਵਨ ਸਫ਼ਰ ਤੋਂ ਜਿਹੜਾ ਹੈਗਾ ਇਹ ਜਿੱਤ ਸਕਦਾ ਹੈ ਬਾਜੀ ਨੂੰ।
ਆ ਜਿਹੜੀ ਮਨੁੱਖੀ ਜੂਨ ਤੈਨੂੰ ਮਿਲੀ ਹੋਈ ਹੈ। ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ, ਸਤਿਗੁਰੂ ਪਿਆਰੇ ਸੇ ਲਾਗੇ ਸਾਚੇ ਨਾਏ। ਉਹ ਭਾਈ ਧਿਆਨ ਸਿਮਰਨ ਦੇ ਵਿੱਚ ਗੁਰੂ ਦੀ ਮੱਤ ਮੰਨ ਲੈਂਦੇ ਆ। ਜੋ ਗੁਰੂ ਚਾਨਣ ਦੇ ਰਿਹਾ, ਜੋ ਗੁਰੂ ਤੱਥ ਦਾ ਦੱਸ ਰਿਹਾ ਹੈ, ਉਹ ਤੱਥ ਵੱਲ ਨੂੰ ਲੱਗ ਜਾਂਦੇ ਆ, ਸੱਚੇ ਨਾਮ ਵੱਲ ਲੱਗ ਜਾਂਦੇ ਆ। ਤਿਨਾਂ ਪਿੱਛੇ ਛੁੱਟੀ ਹੈ ਪਿਆਰੇ ਜੋ ਸਾਚੀ ਸ਼ਰਨ ਆਏ। ਉਹ ਸੱਚੀ ਸ਼ਰਨ ਦੇ ਵਿੱਚ ਹੈਗੇ ਆ, ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈਗੇ, ਸੱਚੀ ਸ਼ਰਨ ਲਈ ਆ ਉਹਨਾਂ ਨੇ। ਕਹਿੰਦੇ ਉਹਨਾਂ ਦੇ ਪਿੱਛੇ ਹੋਰ ਵੀ ਛੁੱਟ ਸਕਦੇ ਆ ਭਾਈ, ਉਹਨਾਂ ਦੀ ਸੰਗਤ ਕਰਕੇ। ਤਿੰਨਾਂ ਪਿੱਛੇ ਛੁੱਟੀਏ ਪਿਆਰੇ ਜੋ ਸਾਚੀ ਸ਼ਰਨ ਆਏ। ਬਾਕੀ ਜਿਹੜਾ ਹੈਗਾ ਦੁਨੀਆ ਦੇ ਪਦਾਰਥ, ਰਸਕਸ, ਜੋ ਚੋਗਾ, ਜੋ ਸਵਾਦ ਜੋ ਦੁਨੀਆ ਦੇ ਵਿੱਚ ਖਿਲ ਰਿਹਾ ਪਿਆ ਹੈ ਭਾਈ, ਮਿੱਠਾ ਕਰਕੇ ਖਾਇਆ ਪਿਆਰੇ ਤਿਨੇ ਤਨੇ ਕੀਤਾ ਰੋਗ। ਦੇਖ ਲਓ ਪਦਾਰਥ, ਚੰਗੇ ਚੰਗੇ ਪਦਾਰਥ ਜਿਹੜੇ ਹੈਗੇ, ਜੀਭ ਜਿਹੜੀ ਛੱਡਦੀ ਨਹੀਂ ਹੈ। ਮਿੱਠਾ ਕਰਕੇ ਖਾਇਆ ਪਿਆਰੇ, ਮਿੱਠਾ ਸਮਝ ਕੇ, ਸਵਾਦ ਸਮਝ ਕੇ ਆਪਾਂ ਖਾ ਜਾਂਦੇ ਹਾਂ, ਔਰ ਖਾ ਜਾਂਦੇ ਹਾਂ ਬਸ ਉਹ ਜੀਭ ਦੇ ਵਿੱਚ ਗਲ ਤੱਕ ਹੀ ਰਹਿੰਦਾ ਹੈ। ਅੰਦਰ ਜਾ ਕੇ ਉਹਨੇ ਜਿਹੜਾ ਹੈਗਾ ਉਹਦਾ ਨਹੀਂ ਪਤਾ ਉਹਨੇ ਹੁਣ ਉਸ ਤੋਂ ਬਾਅਦ ਕੀ ਕਰਨਾ ਹੈ। ਤਿਨੇ ਤਨੇ ਕੀਤਾ ਰੋਗ, ਉਹਨੇ ਤਨ ਦੇ ਵਿੱਚ ਰੋਗ ਪੈਦਾ ਕਰ ਦਿੱਤੇ। ਮਿੱਠਾ ਕਰਕੇ ਖਾਇਆ ਪਿਆਰੇ ਤਿਨੇ ਤਨੇ ਕੀਤਾ ਰੋਗ। ਕੌੜਾ ਹੋਏ ਪਤ ਸੱਟਿਆ ਪਿਆਰੇ ਤਿਸ ਤੇ ਉਪਜਿਆ ਸੋਗ। ਔਰ ਫਿਰ ਉਹਦੇ ਪੱਤੇ ਜਿਹੜੇ ਹੈਗੇ, ਉਹ ਬੂਟਾ ਜਿਹੜਾ ਹੈਗਾ ਮਿੱਠਾ ਖਾਦਾ ਜਿਹੜਾ ਰੋਗ ਪੈਦਾ ਹੋਇਆ, ਉਹਦੇ ਪੱਤੇ ਕੌੜੇ ਨਿਕਲਦੇ ਆ ਭਾਈ। ਫਿਰ ਦੁੱਖ ਹੁੰਦਾ ਇਨਸਾਨ ਨੂੰ, ਸੋਗ ਹੁੰਦਾ ਇਨਸਾਨ ਨੂੰ, ਸੋਗ ਪੈਦਾ ਹੁੰਦਾ ਇਨਸਾਨ ਨੂੰ। ਸਟਾਰਟਿੰਗ ਪੁਆਇੰਟ ਹੈਗਾ ਸਵਾਦ। ਮਿੱਠਾ ਕਰਕੇ ਖਾਇਆ ਪਿਆਰੇ ਤਿਨੇ ਤਨੇ ਕੀਤਾ ਰੋਗ। ਕੌੜਾ ਹੋਏ ਪਤ ਸੱਟਿਆ ਪਿਆਰੇ ਤਿਸ ਤੇ ਉਪਜਿਆ ਸੋਗ। ਭੋਗ ਪੁੰਚਾਏ ਭੁਲਾਇਨ ਪਿਆਰੇ ਉਤਰੇ ਨਹੀਂ ਵਿਜੋਗ। ਉਹ ਮਾਲਕ ਨੇ ਆ ਸਵਾਦ, ਭੋਗ, ਦੁਨੀਆ ਦੇ ਪਦਾਰਥ, ਦੁਨੀਆ ਦੇ ਭੋਗ ਇਹ ਦਿੰਦਾ ਹੈ ਮਾਲਕ ਪਰਮਾਤਮਾ। ਕਿ ਕਾਹਦੇ ਵਾਸਤੇ? ਕਹਿੰਦੇ ਇਹੀ ਭੂਲ ਭੁਲਈਆ ਹੈ ਭਾਈ। ਭੋਗ ਪੁੰਚਾਏ ਭੁਲਾਇਨ, ਬਸ ਭੁਲਾ ਦਿੱਤਾ। ਭੋਗ ਪੁੰਚਾਏ ਭੁਲਾਇਨ ਪਿਆਰੇ ਉਤਰੇ ਨਹੀਂ ਵਿਜੋਗ। ਔਰ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਵਿਜੋਗ ਹੈਗਾ ਉਹ ਤਾਂ ਉਸ ਤਰ੍ਹਾਂ ਹੀ ਰਹਿੰਦਾ ਹੈ ਭਾਈ, ਦੂਰੀ ਉਸ ਤਰ੍ਹਾਂ ਹੀ ਬਰਕਰਾਰ। ਜੋ ਗੁਰ ਮੇਲ ਉਦਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ। ਆਇਆ ਭਾਈ ਤੁਰੇ ਪਿਆ ਸੰਜੋਗ ਦਾ ਕੀ ਮਤਲਬ ਹੈ ਭਾਈ? ਭਈ ਤੁਰੋਂ ਸੰਜੋਗ ਪੈ ਗਿਆ। ਤੁਰੇ ਪਿਆ ਸੰਜੋਗ ਮਤਲਬ ਤੁਰ ਦੇ ਨਾਲ, ਤੁਰੇ ਦੇ ਨਾਲ ਲੱਗ ਗਿਆ, ਉਹ ਆਹ ਸੰਜੋਗ ਹੋ ਗਿਆ ਉਹਦਾ। ਬਾਕੀ ਸਾਰੇ ਜਿਹੜੇ ਪਹੀਏ ਦੇ ਵਿੱਚ ਘੁੰਮੀ ਜਾ ਰਹੇ ਆ, ਇਹ ਜਿਹੜਾ ਤੁਰ ਦੇ ਨਾਲ ਜੁੜ ਗਿਆ, ਸੰਜੋਗ ਹੋ ਗਿਆ ਉਹਦਾ ਤੁਰ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ ਮਿਲਾਪ ਦਾ। ਜੋ ਗੁਰ ਮੇਲ ਉਦਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ। ਮਾਇਆ ਲਾਲਚ ਅਟਿਆ ਪਿਆਰੇ ਚਿੱਤ ਨਾਮ ਹੈ ਮੂਲ। ਔਰ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਇਹ ਸਮਝ ਲੀਜੀਏ ਕਿ ਪਿਛਲੀ ਕਮਾਈ ਜਿਹੜੀ ਹੈਗੀ ਜੇ ਕੀਤੀ ਹੈਗੀ ਤੇ ਉਹ ਵੀ ਪ੍ਰਗਟ ਹੋ ਜਾਂਦੀ ਹੈ। ਮਾਇਆ ਲਾਲਚ ਅਟਿਆ ਪਿਆਰੇ ਚਿੱਤ ਨਾਮ ਹੈ ਮੂਲ। ਜਿਹੜਾ ਮਾਇਆ ਦੇ ਵਿੱਚ, ਪੂਰੇ ਲਾਲਚ ਦੇ ਵਿੱਚ, ਪਦਾਰਥਾਂ ਦੇ ਵਿੱਚ ਪੂਰਾ ਤਰ੍ਹਾਂ ਡੱਕਿਆ ਹੁੰਦਾ ਹੈ ਭਾਈ, ਪੂਰੀ ਤਰ੍ਹਾਂ ਲਿਪਤ ਹੁੰਦਾ ਹੈ, ਉਹਨੂੰ ਉਹ ਮਾਲਕ ਪਰਮਾਤਮਾ ਦਾ ਮੂਲ ਜਿਹੜਾ ਚਿੱਤ 'ਚ ਨਹੀਂ ਆਉਂਦਾ। ਜਿਨ ਤੋਂ ਵਿਸਰੇ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ। ਜਿਨ੍ਹਾਂ ਨੂੰ ਉਹ ਮਾਲਕ ਪਰਮਾਤਮਾ, ਉਹ ਪਾਰ ਬ੍ਰਹਮ, ਇਸ ਬ੍ਰਹਮ ਦੇ ਪਰੇ ਵਿਸਰ ਜਾਂਦਾ ਹੈ, ਉਹ ਜਿਹੜੇ ਹੈਗੇ ਉਹਨਾਂ ਦੀ ਮਨੁੱਖੀ ਜੂਨ, ਉਹਨਾਂ ਦਾ ਸਰੀਰ ਜਿਹੜਾ ਹੈਗਾ ਉਹ ਸਵਾ ਮਿੱਟੀ ਹੋ ਜਾਂਦਾ ਹੈ। ਕੋਈ ਕੁਛ ਕੀਤਾ ਹੀ ਨਹੀਂ ਸਰੀਰ ਤੋਂ। ਜੋ ਮਾਇਆ ਜਿੱਥੇ ਸਰੀਰ ਲਾਇਆ, ਜਿੱਥੇ ਸਰੀਰ ਉਹ ਜਿਹੜਾ ਹੈਗਾ ਇੱਥੇ ਦੇ ਇੱਥੇ ਛੱਡ ਕੇ ਚਲਾ ਗਿਆ। ਬਿਲਾਟ ਕਰੇ ਬਹੁ ਤੇਰਿਆ ਪਿਆਰੇ ਉਤਰੇ ਨਾਹੀ ਸੂਲ। ਕਹਿੰਦੇ ਬਥੇਰੇ ਬਿਲਾਟ ਕਰਦੇ ਆ ਭਾਈ, ਬਥੇਰੇ ਜਿਹੜੇ ਹੈਗੇ ਬਿਲਾਟ ਕਰਦੇ ਆ, ਤਕਲੀਫ ਜਿਹੜੀ ਹੈ ਬਿਲਖਦੇ ਆ, ਪਰ ਜਿਹੜੀ ਹੈਗੀ ਉਹਨਾਂ ਦੀ ਸੂਲ, ਜਿਹੜਾ ਦਰਦ ਜਿਹੜਾ ਹੈਗਾ, ਉਹਨਾਂ ਦਾ ਦੁੱਖ ਜਿਹੜਾ ਹੈਗਾ ਨਹੀਂ ਦੂਰ ਹੁੰਦਾ, ਕਿਉਂਕਿ ਉਹਨਾਂ ਨੂੰ ਮਾਲਕ ਭੁੱਲਿਆ ਹੋਇਆ ਹੈ, ਉਹਨਾਂ ਦੇ ਚਿੱਤ ਦੇ ਵਿੱਚ ਨਹੀਂ ਆਉਂਦਾ, ਮੂਲ ਦੇ ਨਾਲ ਚਿੱਤ ਨਹੀਂ ਲਗਾਉਂਦੇ। ਇਸ ਕਰਕੇ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨ ਕਾ ਰਹਾ ਮੂਲ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦੇ, ਗਾਈਡ ਮਿਲ ਜਾਂਦੇ, ਜਿਹੜੇ ਗੁਰੂ ਦੇ ਅਨੁਸਾਰ ਜਿਹੜਾ ਆਪਣੇ ਆਪ ਨੂੰ ਬਦਲ ਲੈਂਦੇ ਆ, ਉਹਨਾਂ ਦਾ ਮੂਲ ਰਹਿ ਜਾਂਦਾ ਹੈ। ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ।
ਸਾਕਤ ਸੰਗ ਨਾ ਕੀਜਈ ਪਿਆਰੇ ਜੇ ਕਾ ਪਾਰ ਵਸਾਏ। ਕਹਿੰਦੇ ਪਿਆਰਿਆਂ ਦੇਖ ਇੱਕ ਨੁਕਤੇ ਦੀ ਗੱਲ ਗੁਰੂ ਆਪਾਂ ਨੂੰ ਦੱਸ ਰਿਹਾ। ਕਹਿੰਦੇ ਸਾਕਤ ਬੰਦਾ ਜਿਹੜਾ ਰੱਬ ਤੋਂ ਟੁੱਟਿਆ ਬੰਦਾ, ਜਿਹਦੇ ਅੰਦਰ ਜਿਹੜਾ ਪਰਮਾਤਮਾ ਨਹੀਂ ਹੈਗਾ, ਜਿਹੜਾ ਮਾਇਆ ਦੇ ਵਿੱਚ ਗਲਤਾਨ ਹੈਗਾ, ਉਹਦੀ ਸੰਗਤ ਤੋਂ ਜਿੰਨਾ ਕੁ ਤੇਰੇ ਕੋਲੋਂ ਹੋ ਸਕੇ ਓਨਾ ਕੁ ਪਾਸੇ ਰਹੀ। ਜੇ ਕਾ ਪਾਰ ਵਸਾਏ, ਜਿੰਨਾ ਕੁ ਤੇਰਾ ਵਸ ਚੱਲਦਾ ਹੈ ਓਨਾ ਕੁ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਵੀ ਉਹਨਾਂ ਦੀ ਸੰਗਤ ਨਾ ਕਰੀ। ਸਾਕਤ ਸੰਗ ਨਾ ਕੀਜਈ ਪਿਆਰੇ ਜੇ ਕਾ ਪਾਰ ਵਸਾਏ। ਜਿਸ ਮਿਲੈ ਹਰ ਵਿਸਰੇ ਪਿਆਰੇ ਸੋ ਮੂੰਹ ਕਾਲੇ ਉੱਠ ਜਾਏ। ਜਿਹਦੇ ਮਿਲਣ ਦੇ ਨਾਲ ਮਾਲਕ ਭੁੱਲ ਜਾਏਗਾ ਤੈਨੂੰ ਪਿਆਰਿਆ, ਉਹਨੇ ਤਾਂ ਜਿਹੜਾ ਹੈਗਾ ਉਹਨੇ ਤਾਂ ਕਾਲ ਦੇ ਵਸ ਜਾਣਾ ਹੀ ਆ, ਤੈਨੂੰ ਵੀ ਕਾਲ ਦੇ ਵਸ ਲੈ ਜਾਏਗਾ। ਸੋ ਮੂੰਹ ਕਾਲੇ ਉੱਠੇ ਜਾਏ। ਮਨ ਮੁਖੇ ਟੋਈ ਨਾ ਮਿਲੇ ਨਹਿ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ। ਮਨ ਦੇ ਪਿੱਛੇ ਚੱਲ ਰਿਹਾ ਹੈ, ਮਨ ਦੇ ਪਿੱਛੇ ਚੱਲਣ ਵਾਲੇ ਨੂੰ ਨਹੀਂ ਢੋਈ ਮਿਲੇਗੀ ਪਾਏ, ਨਹੀਂ ਰੁਕੇਗਾ, ਗਤੀ ਨਹੀਂ ਰੁਕੇਗੀ, ਉਸੇ ਤਰੀਕੇ ਦੇ ਨਾਲ ਜੂਨਾਂ ਦੇ ਵਿੱਚ ਜਾਣਾ ਪਏਗਾ। ਔਰ ਦਰਗਾਹ ਦੇ ਵਿੱਚ ਧਰਮਰਾਜ ਦੀ ਕਚਹਿਰੀ ਦੇ ਵਿੱਚ ਸਜ਼ਾ ਮਿਲਦੀ ਹੈ। ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ। ਜਿਹੜਾ ਗੁਰੂ ਦੀ ਗੱਲ ਜਿਹਨੇ ਮੰਨ ਲਈ, ਜਿਹਨੇ ਆਪਣਾ ਜੀਵਨ ਉਹਦਾ ਜੀਵਨ ਸਵਾਰਿਆ ਗਿਆ ਪਾਏ, ਉਹਨਾਂ ਨੂੰ ਤਿੰਨਾ ਪੂਰੀ ਪਾਏ। ਉਹਨਾਂ ਦੇ ਕੋਲ ਤਾਂ ਪੂਰਾ ਉਹਨਾਂ ਨੂੰ ਜਿਹੜਾ ਹੈਗਾ ਪੂਰਾ ਮੂਲ ਹੈ ਉਹਨਾਂ ਦੇ ਕੋਲ। ਉਹਨਾਂ ਨੇ ਜੀਵਨ ਮਨੁੱਖੀ ਜੀਵਨ ਜਿਹੜਾ ਹੈਗਾ ਪੂਰੀ ਤਰ੍ਹਾਂ ਸਫਲ ਕਰ ਲਿਆ। ਸੰਜਮ ਸਹਿਜ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ। ਜੋ ਮਨ ਦੇ ਜੋ ਰਹਿਤ ਮਰਿਆਦਾ ਜੋ ਸੰਜਮ ਹੈਗੇ ਸਿਆਣਪਾਂ ਹੈਗੀਆਂ ਮਨ ਦੀਆਂ, ਕਹਿੰਦੇ ਇਹਨਾਂ ਨੇ ਇੱਕ ਵੀ ਨਹੀਂ ਨਾਲ ਜਾਣਾ, ਇੱਕ ਵੀ ਨਹੀਂ ਨਾਲ ਜਾਣਾ ਪਾਏ। ਰਹਿਤ ਮਰਿਆਦਾ ਸਾਰੀ ਅੰਦਰ ਦੀ ਸੰਜਮ ਅੰਦਰ ਦਾ ਹੈ, ਮਨ ਦਾ ਹੈ। ਮਨ ਦੀਆਂ ਸਹਿਜ ਸਿਆਣਪਾਂ ਨਹੀਂ ਚੱਲਣੀਆਂ। ਸੰਜਮ ਸਹਿਜ ਹਜ਼ਾਰਾਂ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ। ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੋਲੇ ਲਾਗੇ ਗਾਲ। ਮਨ ਦੀਆਂ ਜਿਹੜੀਆਂ ਹੈਗੀਆਂ ਕਾਢਾਂ, ਮਨ ਦੀਆਂ ਚਤੁਰਾਈਆਂ, ਮਨ ਦਾ ਸੰਜਮ ਨਹੀਂ ਚੱਲਣਾ ਪਾਏ। ਜਿਹੜੇ ਉਸ ਮਾਲਕ ਤੋਂ ਬੇਮੁਖ ਹੈਗੇ, ਮਾਲਕ ਨਹੀਂ ਹੈ ਜਿਨ੍ਹਾਂ ਦੀ ਉਹਦੇ ਸਕੈਡੂਲ ਦੇ ਵਿੱਚ, ਉਹਨਾਂ ਨੂੰ ਤਾਂ ਪਾਏ ਕਾਹਦੇ ਵਾਸਤੇ ਆਏ ਆ, ਇਹ ਕਿਉਂ ਜਿਹੜਾ ਹੈਗਾ ਇਹ ਕਿਹੜੇ ਕੁਲ 'ਚ ਪੈਦਾ ਹੋਇਆ ਹੈ ਪਾਏ। ਉਹਨਾਂ ਦੇ ਕਹਿੰਦੇ ਕੁਲ ਨੂੰ ਹੀ ਗਾਲ ਲੱਗਦੀ ਹੈ ਪਾਏ। ਇੱਕ ਇਹ ਜਿਹਾ ਮਨੁੱਖ ਹੈਗਾ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲਾਗੇ ਗਾਲ। ਹੁੰਦੀ ਵਸਤ ਨਾ ਜਾਤੀ ਆ ਪਿਆਰੇ ਕੂੜ ਨਾ ਚੱਲੀ ਨਾਲ। ਔਰ ਉਹ ਹੁੰਦੀ ਉਹਦੇ ਘਰ ਦੇ ਵਿੱਚ ਅੰਮ੍ਰਿਤ ਹੈਗਾ, ਘਰ ਦੇ ਵਿੱਚ ਮਾਲਕ ਹੈਗਾ, ਨਹੀਂ ਜਾਣਿਆ ਪਾਏ। ਹਮੇਸ਼ਾ ਸਾਰੀ ਉਮਰ ਪੜ੍ਹਦਾ ਹੀ ਰਹਿ ਗਿਆ ਤੇ ਕੂੜ ਜਿੱਥੇ ਲੱਗਿਆ ਹੋਇਆ ਹੈ ਉਹਨੇ ਨਾਲ ਨਹੀਂ ਜਾਣਾ। ਜੋ ਕੁਛ ਖੱਟੀ ਕੀਤੀ, ਜਿੱਥੇ ਸਵਾਸ ਲਗਾਇਆ, ਉਹ ਸਾਰਾ ਦਾ ਸਾਰਾ ਇਸ ਤਰ੍ਹਾਂ ਹੀ ਧਰਿਆ ਰਹਿ ਜਾਣਾ। ਸਤਿਗੁਰ ਜਿਨ੍ਹਾਂ ਮਿਲਾਇਓਨ ਪਿਆਰੇ ਸਾਚਾ ਨਾਮ ਸੰਭਾਲ। ਜਿਨ੍ਹਾਂ ਨੂੰ ਗੁਰੂ ਮਿਲਾ ਦਿੰਦਾ, ਜਿਨ੍ਹਾਂ ਨੂੰ ਆ ਗੁਰਬਾਣੀ ਜਿਹੜੀ ਗੁਰੂ ਦੀ ਮੱਤ ਜਿਹੜੀ ਹੈਗੀ ਜਿਨ੍ਹਾਂ ਨੂੰ ਮਿਲਾ ਦਿੱਤੀ, ਉਹ ਸੱਚੇ ਨਾਮ ਦੇ ਵੱਲ ਲੱਗ ਜਾਂਦੇ ਆ, ਇੱਕਦਮ ਸ਼ਿਫਟ ਹੋ ਜਾਂਦੇ ਆ। ਉਹ ਸਤਿਗੁਰੂ ਤੋਂ ਜਿਹੜਾ ਹੈਗਾ ਸਹੀ ਰਸਤਾ ਪਤਾ ਲੱਗਦਾ ਹੈ। ਧਿਆਨ ਸਿਮਰਨ ਦਾ, ਵਿਚਾਰ ਬੰਦ ਕਰਨ ਦਾ ਜਿਹੜਾ ਹੈਗਾ, ਭਗਤੀ ਜਿਹੜੀ ਹੈਗੀ, ਗੁਣ ਲੈਣੇ, ਅਵਗੁਣ ਛੱਡਣੇ, ਤੇ ਉਹਦੇ ਨਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ। ਸਤ ਸੰਤੋਖ, ਸਤ ਦੇ ਉੱਤੇ ਸੱਚਾ ਆਚਰਣ, ਸੰਤੋਖ ਆ ਜਾਂਦਾ ਹੈ, ਗਿਆਨ ਧਿਆਨ ਆ ਜਾਂਦਾ ਹੈ। ਗਿਆਨ ਔਰ ਧਿਆਨ ਬਿਲਕੁਲ ਉਹਦੇ ਅੰਦਰ ਆ ਚੀਜ਼ਾਂ ਆ ਜਾਂਦੀਆਂ। ਇਹ ਸਤ ਸੰਤੋਖ ਇਹਦੇ ਪ੍ਰੋਡਕਟਸ ਹੈਗੇ ਧਿਆਨ ਦੇ। ਗਿਆਨ ਆ ਗਿਆ ਤੇ ਧਿਆਨ ਆ ਗਿਆ। ਜਿਹੜਾ ਧਿਆਨ ਦੇ ਵਿੱਚ ਬੈਠ ਗਿਆ ਉਹਨੂੰ ਗਿਆਨ ਆਇਆ, ਨਹੀਂ ਤਾਂ ਕੋਈ ਗਿਆਨ ਨਹੀਂ ਹੈਗਾ। ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ। ਜਿਸ ਤੇ ਮਾਲਕ ਦੀ ਮਿਹਰ ਹੈਗੀ ਉਹਦੇ ਅੰਦਰ ਇਹ ਸਤ ਸੰਤੋਖ ਗਿਆਨ ਧਿਆਨ ਲਾਜ਼ਮੀ ਉਹਦੇ ਅੰਦਰ ਦਿਖਣੇ ਚਾਹੀਦੇ। ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ। ਅਨਦਿਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ। ਉਹ ਅਨਦਿਨ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਗੁਣ ਗਾਉਂਦਾ ਹੈ ਪਾਏ, ਕੀਰਤੀ ਕਰਦਾ ਹੈ ਮਾਲਕ ਪਰਮਾਤਮਾ ਦੀ, ਉਹਦੇ ਅੰਦਰ ਰਸ ਅੰਮ੍ਰਿਤ ਆ ਜਾਂਦਾ ਹੈ। ਅਨਦਿਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ। ਉਹ ਪੂਰੀ ਤਰ੍ਹਾਂ ਅੰਮ੍ਰਿਤ ਭਰ ਜਾਂਦੇ ਉਹਦਾ ਹਿਰਦੇ ਅੰਮ੍ਰਿਤ ਦੇ ਨਾਲ। ਦੁੱਖ ਸਾਗਰ ਤਿੰਨ ਲੰਘਿਆ ਪਿਆਰੇ ਭਉ ਜਲ ਪਾਰ ਪਰੇ।
ਇਹ ਦੁੱਖਾਂ ਦਾ ਸਾਗਰ ਜਿਹੜਾ ਹੈਗਾ ਉਹਨੂੰ, ਇਹ ਸੰਸਾਰ ਸਮੁੰਦਰ ਉਹ ਲੰਘ ਜਾਂਦੇ ਆ, ਇਹ ਭੌਜਲ ਨੂੰ ਪਾਰ ਹੋ ਜਾਂਦੇ ਆ, ਭੌਜਲ ਤੋਂ, ਨਹੀਂ ਤਾਂ ਡੁੱਬ ਜਾਂਦੇ ਆ ਵਾਪਸ ਜੂਨਾਂ ਦੇ ਵਿੱਚ, ਇਸੇ ਵਿੱਚ ਘੁੰਮੀ ਜਾ ਰਹੇ ਆ ਆਪਾਂ। ਜਿਸ ਭਾਵੇ ਤਿਸ ਮੇਲ ਹੈ ਪਿਆਰੇ, ਸਹੀ ਸਦਾ ਖਰੇ। ਜਿਸ ਭਾਵੇ ਜਿਹਨੂੰ ਆ ਰਸਤਾ ਚੰਗਾ ਲੱਗਦਾ ਹੈ, ਭਗਤੀ ਦਾ, ਧਿਆਨ ਸਿਮਰਨ ਦਾ, ਗੁਰੂ ਦੀ ਮੱਤ ਜਿਹਨੂੰ ਚੰਗੀ ਲੱਗਦੀ ਆ, ਉਹਨੂੰ ਉਹ ਮਾਲਕ ਨੂੰ ਵੀ ਪਾ ਜਾਂਦਾ ਹੈ ਪਾਏ, ਉਹਨੂੰ ਮਾਲਕ ਕੱਢ ਲੈਂਦਾ ਹੈ, ਮਿਲ ਲੈਂਦਾ ਹੈ ਆਪਣੇ ਨਾਲ। ਜਿਸ ਭਾਵੇ ਤਿਸ ਮੇਲ ਲੈ ਪਿਆਰੇ, ਸਹੀ ਸਦਾ ਖਰੇ। ਉਹ ਹਮੇਸ਼ਾ ਉਹੀ ਖਰੇ ਹੈਗੇ। ਸਮਰਥ ਪੁਰਖ ਦਿਆਲ ਦੇਹੋ ਪਿਆਰੇ, ਭਗਤਾਂ ਤਿਸ ਕਾ ਤਾਣ। ਉਹ ਮਾਲਕ ਪਰਮਾਤਮਾ ਸਮਰੱਥ ਹੈਗਾ, ਉਹ ਪੁਰਖ ਹੈਗਾ, ਦਿਆਲੂ ਹੈਗਾ, ਪ੍ਰਕਾਸ਼ ਰੂਪ ਹੈਗਾ ਮਾਲਕ ਪਰਮਾਤਮਾ। ਉਹ ਪਿਆਰਾ, ਭਗਤਾਂ ਨੂੰ ਉਸੇ ਨਾਲ ਪਿਆਰ ਆ। ਉਹ ਭਗਤਾਂ ਦੇ ਕੋਲ ਉਸੇ ਮਾਲਕ ਪਰਮਾਤਮਾ ਦਾ ਆਸਰਾ ਹੈਗਾ, ਉਸੇ ਮਾਲਕ ਪਰਮਾਤਮਾ ਦਾ ਤਾਣ ਹੈਗਾ ਉਹਨਾਂ ਨੂੰ। ਤਿਸ ਸਰਨਾਈ ਟਹਿ ਪੈ ਪਿਆਰੇ, ਜੇ ਅੰਤਰ ਜਾਮੇ ਜਾਣ। ਉਹ ਅੰਦਰ ਦੀ ਜਾਣਦਾ ਹੈ ਪਾਏ, ਉਹਦੀ ਸ਼ਰਨ ਦੇ ਵਿੱਚ ਉਹਦੇ ਹੀ ਅੱਗੇ ਟਹਿ ਪੈਂਦੇ ਆ ਉਹ। ਤਿਸ ਸਰਨਾਈ ਟਹਿ ਪੈ ਪਿਆਰੇ, ਜੇ ਅੰਤਰ ਜਾਮੀ ਜਾਣ। ਹਰਤ ਪਲਤ ਸਵਾਰਿਆ ਪਿਆਰੇ, ਮਸਤਕ ਸੱਚ ਨਿਸ਼ਾਨ। ਔਰ ਉਹਨਾਂ ਦਾ ਲੋਕ ਪਰਲੋਕ ਜਿਹੜਾ ਹੈਗਾ, ਲੋਕ ਸਵਰ ਗਿਆ, ਪਰਲੋਕ ਸਵਰ ਜਾਂਦਾ ਹੈ। ਉਹਨਾਂ ਦੇ ਮੱਥੇ ਤੇ ਨਿਸ਼ਾਨ, ਉਹਨਾਂ ਨੂੰ ਜਿਹੜਾ ਹੈਗਾ ਦਰਗਾਹ ਦੀ ਰਾਹਦਾਰੀ ਆ ਜਾਂਦੀ ਹੈ, ਉਹਨਾਂ ਦੇ ਕੋਲ ਸੱਚ ਦਾ ਨਿਸ਼ਾਨ ਆ ਜਾਂਦਾ ਹੈ। ਸੋ ਪ੍ਰਭ ਕਦੇ ਨਾ ਵਿਸਰੇ ਪਿਆਰੇ, ਨਾਨਕ ਸਤ ਕੁਰਬਾਨ। ਮਹਾਰਾਜ ਕਹਿੰਦੇ ਆ, ਇਹ ਪਿਆਰਿਆ, ਉਹ ਮਾਲਕ ਪਰਮਾਤਮਾ ਤੈਨੂੰ ਕਦੇ ਵੀ ਨਹੀਂ ਵਿਸਰਨਾ ਚਾਹੀਦਾ। ਸੋ ਪ੍ਰਭ ਕਦੇ ਨਾ ਵਿਸਰੇ ਪਿਆਰੇ, ਨਾਨਕ ਸਤ ਕੁਰਬਾਨ। ਕਹਿੰਦੇ ਮੈਂ ਐਸੇ ਅਭਿਆਸੀ ਤੋਂ ਹਮੇਸ਼ਾ ਕੁਰਬਾਨ ਆ, ਜਿਨ੍ਹਾਂ ਨੂੰ ਉਹ ਮਾਲਕ ਪਰਮਾਤਮਾ ਕਦੀ ਵੀ ਵਿਸਰਦਾ ਨਹੀਂ ਹੈ ਜੀ। 2 ਅਸ਼ਟਪਦੀਆਂ ਹੋ ਗਈਆਂ ਮਹਾਰਾਜ ਦੀਆਂ, ਹਲੇ 5ਵੀਂ ਪਾਤਸ਼ਾਹ ਦੀਆਂ ਹੈਗੀਆਂ ਅਸ਼ਟਪਦੀਆਂ, ਇੱਕੋ ਹੀ ਅਸ਼ਟਪਦੀ ਬਾਕੀ ਆ, ਉਹ ਕੱਲ੍ਹ ਲੈ ਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਨਮੁਖ ਤੇ ਵਾਹਿਗੁਰੂ ਜੀ ਗੁਰਮੁਖ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਮੁਖ ਤੇ ਗੁਰਮੁਖ ਜਿਹੜੇ ਹੈਗੇ ਨਾ, ਇਹ ਆਪਾਂ ਹੀ ਹੈਗੇ ਆ, ਆਪਣੇ ਅੰਦਰ ਹੀ ਹੈਗੇ ਭਾਈ। ਆਹ ਗੱਲ ਬਿਲਕੁਲ ਆਪਾਂ ਨੂੰ ਚੇਤੇ ਰੱਖਣੀ ਚਾਹੀਦੀ ਹੈ। ਗੁਰਮੁਖ ਦੀ ਜੇ ਕੁੱਲ ਉਧਰੇ ਹੈ ਨਾ ਜੀ, ਤਾਂ ਕੁੱਲ ਨੂੰ ਗਾਲ ਵੀ ਹੈ। ਦੇਖੋ ਜੇ ਮਨਮੁਖ ਵਾਲੇ ਪਾਸੇ ਜਾਂਦੇ ਆ ਨਾ, ਹਾਂ ਬਿਲਕੁਲ ਸਹੀ ਹੈ। ਦੋਨੋਂ ਪਾਸੇ ਲੈਣੇ ਪੈਣੇ ਆ ਆਪਾਂ ਨੂੰ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬਾਕੀ ਦੁਨੀਆਦਾਰੀ ਜਿਹੜੀ ਚੱਲ ਰਹੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਦੁਨੀਆ ਤਾਂ ਜਿਹੜੀ ਹੈਗੀ ਉਹਦੇ ਨਾਲ ਤਾਂ ਬਾਣੀ ਨੂੰ ਕੰਸਰਨ ਹੀ ਨਹੀਂ ਹੈ, ਕਿਉਂਕਿ ਉਹਨਾਂ ਨੇ ਤਾਂ ਜਿਹੜਾ ਹੈਗਾ ਇਸ ਰਸਤੇ ਤੇ ਹੈ ਹੀ ਨਹੀਂ ਹੈ ਨਾ। ਉਹਨਾਂ ਨੂੰ ਤਾਂ ਉਹ ਤਾਂ ਜਿਹੜੇ ਹੈਗੇ ਉਹਨਾਂ ਦੇ ਤਾਂ ਪਤਾ ਵੀ ਨਹੀਂ ਉਹਨਾਂ ਨੂੰ, ਨਾ ਉਹ ਚਾਹੁੰਦੇ ਹੈਗੇ। ਉਹ ਤਾਂ ਮਾਇਆ ਦੇ ਵਿੱਚ ਖੁਸ਼ ਹੈਗੇ, ਪੂਰੀ ਤਰ੍ਹਾਂ ਗਲਤਾਨ ਹੈਗੇ। ਅਤੇ ਉਹਨਾਂ ਦੇ ਨਾਲ ਤਾਂ ਇਹ ਬਾਣੀ ਤਾਂ ਜਿਹੜੀ ਹੈਗੀ ਉਹਦੇ ਵਾਸਤੇ ਆ ਭਾਈ, ਜਿਹੜਾ ਇਸ ਰਸਤੇ ਦੇ ਉੱਤੇ ਚੱਲਣਾ ਚਾਹੁੰਦਾ ਹੈ, ਜਿਹੜੇ ਅੰਦਰ ਜਿਹੜਾ ਹੈਗਾ ਕੋਈ ਟਨਕਾਰ ਆ ਗਈ ਹੈ, ਥੋੜ੍ਹਾ ਜਿਹਾ ਥੋੜ੍ਹੇ ਅੱਖਾਂ ਖੁੱਲ੍ਹ ਗਈਆਂ ਜਿਹਦੀਆਂ, ਉਹਦੇ ਵਾਸਤੇ ਹੈਗੀ। ਬਾਣੀ ਤਾਂ ਕਲੀਅਰ ਹੀ ਕਰਤਾ ਕਿ ਜੇ ਅੰਦਰ ਜਾਊਂਗਾ ਤਾਂ ਸਵਰਗ ਨੂੰ ਤੁਰਦਾ ਤੂੰ, ਜੇ ਅੰਦਰ ਨੂੰ ਜਾ ਕੇ ਬਹਿਣਾ, ਅੰਦਰਲੇ ਪਾਸੇ ਨੂੰ ਚੱਲਦਾ, ਤੇ ਜੇ ਬਾਹਰਲੇ ਪਦਾਰਥਾਂ 'ਚ ਫਸ ਜਾਣਾ ਤਾਂ ਫੇਰ ਤੂੰ ਆਉਣ ਜਾਣ ਦਾ ਪਤਾ ਨਹੀਂ ਕਿੰਨੇ ਕੁ ਚਿਰਾਂ ਤੋਂ ਤੂੰ ਆਲਰੇਡੀ ਚੱਲਿਆ ਆ। ਬਿਲਕੁਲ
ਬਿਲਕੁਲ ਠੀਕ ਹੈ। ਕਰੋੜਾਂ ਦੀ ਗੱਲ ਕਰ ਰਹੇ ਆ ਗੁਰੂ ਹਾਂ ਕਰੋੜਾਂ ਦੀ ਕਰੋੜਾਂ ਜਨਮ ਹੋ ਚੁੱਕੇ ਮਤਲਬ ਆ। ਮਿਲੀਅਨ ਆਫ ਈਅਰਸ ਤੇ ਮਤਲਬ ਤੂੰ ਧੱਕੇ ਖਾ ਰਿਹਾ ਔਰ ਇਹ ਨਹੀਂ ਜਨਮ ਜੀ ਜਨਮ ਕਰੋੜਾਂ ਮਿਲੀਅਨ ਕਰੋੜ ਜਨਮ ਹੋ ਗਏ ਆ। ਕਰੋੜ ਜਨਮ ਹੋ ਗਏ ਔਰ ਇੱਕ ਇੱਕ ਕਿੰਨੀਆਂ ਕਿੰਨੀਆਂ ਜੂਨਾਂ ਇੱਕ ਇੱਕ ਉਹਦੇ ਵਿੱਚ ਕਿੰਨੀ ਕਿੰਨੀ ਉਹਦੇ ਜੂਨਾਂ ਦੇ ਵਿੱਚ ਆਪਾਂ ਗਏ ਆ, ਉਹ ਵੀ ਦੇਖ ਲਓ ਭਾਈ। ਇਹ ਤਾਂ ਭਾਜੀ ਇਹ ਜਨਮ ਤੁਹਾਰੇ ਲੇਖੇ ਮਤਲਬ ਇਹ ਕਿਤੇ ਲੱਗ ਜਵੇ ਤਾਂ ਗੱਲ ਹੀ ਬਣ ਜਵੇ, ਨਹੀਂ ਤਾਂ ਪਤਾ ਨਹੀਂ ਕਦੋਂ ਤੱਕ ਧੱਕੇ ਖਾਣੇ ਆ। ਬਸ ਫਿਰ ਇਹੀ ਆਨੰਦ ਹੈ ਜਦ ਹੁਣ ਇੰਨੀ ਸੋਝੀ ਆ ਗਈ ਆ ਤੇ ਫਿਰ ਆਪਾਂ ਜਿਹੜੇ ਹੈਗੇ ਫਿਰ ਅਵੇਸਲੇ ਨਾ ਹੋਈਏ, ਬਸ ਆਹੀ ਗੱਲ ਆ। ਜੇ ਇੰਨੀ ਸੋਝੀ ਹੈਗੀ ਆਪਾਂ ਨੂੰ ਤੇ ਫਿਰ ਅਵੇਸਲੇ ਨਾ ਹੋਈਏ ਭਾਈ। ਭਾਜੀ ਗੱਲਾਂ ਸੋਹਣੀਆਂ ਕਰਦੇ ਪਰ ਮਾਇਆ ਪਤਾ ਨਹੀਂ ਕਿੱਦਾਂ ਡੰਗ ਮਾਰੀ ਜਾਂਦੀ ਹੈ ਜੀ, ਪਤਾ ਨਹੀਂ ਇਹ ਦੁਨੀਆ ਖਿੰਨ ਪੀਤਰ। ਹਾਂ ਉਹੀ ਕਹਿੰਦੇ ਖਿੰਨ ਪੀਤਰ ਤੂੰ ਦੇਖ ਵਿਚਾਰ। ਦੇਖੋ ਹਰ ਪਾਸੇ ਚੌਕਸ ਰਹਿਣਾ ਪਊਗਾ। ਦੇਖੋ ਸਵਾਦਾਂ ਦੇ ਉੱਤੋਂ ਵੀ ਚੌਕਸ ਰਹਿਣਾ ਪਊਗਾ, ਖਾਣਾ ਸੰਕੋਚ ਕੇ ਕਰਨਾ ਪਊਗਾ, ਦੁਨੀਆ ਦੇ ਨਾਲ ਗੱਲਬਾਤ ਜਿਹੜੀ ਹੈਗੀ, ਦੁਨੀਆ ਦੇ ਨਾਲ ਜਾਲ ਦੇ ਵਿੱਚੋਂ ਫਸਣਾ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਬਿਲਕੁਲ ਆਪਣੇ ਆਪ ਨੂੰ ਨੀਵਾਂ ਰੱਖ ਕੇ ਜਿਹੜਾ ਹੈਗਾ ਚੱਲਣਾ ਪਊਗਾ। ਹਰ ਪਾਸਿਓਂ ਚੌਕਸ ਰਹਿਣਾ ਪਊਗਾ, ਤਾਂ ਜਾ ਕੇ ਜਿਹੜਾ ਹੈਗਾ ਇਹ ਗੇਮ ਨੂੰ ਆਪਾਂ ਜਿੱਤ ਸਕਾਂਗੇ। ਬਸ ਇਹੀ ਹੈਗੀ ਭਾਈ। ਔਰ ਧਿਆਨ ਸਿਮਰ ਕਰਦੇ ਰਹੀਏ ਗੁਰੂ ਦੀ ਮੱਤ ਲਈ। ਤਾਂ ਹੀ ਕਹਿੰਦੇ ਸਾਵਧਾਨ ਇਕਾਗਰ ਚੀਤ। ਹਾਂ ਬਿਲਕੁਲ। ਔਰ ਕਹਿਣ ਦਾ ਮਤਲਬ ਭਾਜੀ ਕਿ ਜੇ ਤੇਰੇ ਚ ਨਮਰਤਾ ਆ ਔਰ ਕਿਸੇ ਦੇ ਪੈਰਾਂ ਦੀ ਧੂੜ ਵੀ ਬਣ ਜੰਨਾ ਤੂੰ, ਔਰ ਪ੍ਰਮਾਤਮਾ ਤੇਰੇ ਨਾਲ ਮਤਲਬ ਹਰ ਟਾਈਮ ਖੜਾ। ਬਿਲਕੁਲ ਬਿਲਕੁਲ ਖੜਾ ਹੈ, ਬਿਲਕੁਲ ਖੜਾ ਹੈ। ਅੱਗੇ ਇਸ ਤੋਂ ਅਗਲਾ ਸ਼ਬਦ ਤਾਂ ਜਿਹੜਾ ਹੈਗਾ ਫਿਰ ਤਾਂ ਕਰਮ ਕਾਂਡਾਂ ਦਾ ਪੂਰਾ ਮਹਾਰਾਜ ਨੇ ਪੂਰੇ ਕਰਮ ਕਾਂਡ ਗਿਣਾਏ ਆ। ਇਸ ਤੋਂ ਅੱਗੇ ਕੱਲ੍ਹ ਲਵਾਂਗੇ ਆਪਾਂ। ਚੰਗਾ ਜੀ, ਕਰੀਏ ਆਪਾਂ ਵਾਹਿਗੁਰੂ।